जो BC ਦੇ ਵਿੱਚ ਮਿਊਨਿਸਪਲ ਇਲੈਕਸ਼ਨਸ ਹੋਈਆਂ ਨੇ ਉਹਨਾਂ ਦੇ ਤਕਰੀਬਨ ਨਤੀਜਿਆਂ ਤੋਂ ਬਾਅਦ ਦਾ ਐਨਾਲਿਸਿਸ ਹੁਣ ਕੀ ਮਾਹੌਲ ਚੱਲ ਕਹਿੰਦਾ ਹੈ, ਕਿੱਥੇ ਕਿੰਨੇ ਨਵੇਂ ਮੇਅਰ ਬਣੇ, ਕਿੱਥੇ ਪੁਰਾਣੇ ਮੇਅਰ ਦੁਬਾਰਾ ਜਿੱਤੇ, ਕਿੱਥੇ ਪਹਿਲੇ ਮੇਅਰ ਹਾਰੇ ਤੇ ਕਿੱਥੇ ਹੁਣ ਕਿਸ ਢੰਗ ਤਰੀਕੇ ਨਾਲ ਤਬਦੀਲੀਆਂ ਆਈਆਂ ਨੇ। ਤੇ ਉਹਦੇ ਵਿੱਚੋਂ ਖਾਸ ਤੌਰ ਦੇ ਉੱਤੇ ਵੈਨਕੂਵਰ ਤੇ ਸਰੀ ਵੱਲ ਤਕਰੀਬਨ ਹੀ BC ਦੇ ਵਿੱਚੋਂ 2 ਐਸੀਆਂ ਮਿਊਨਿਸਪੈਲਿਟੀ ਸੀਗੀਆਂ ਜਿਹੜੀਆਂ ਕਿ ਕਾਫੀ ਹਾਈਲਾਈਟਡ ਸੀਗੀਆਂ, ਜਿੱਥੇ ਮੁਕਾਬਲਾ ਬਹੁਤ ਦਿਲਚਸਪ ਸੀ। ਸਰੀ ਦੇ ਵਿੱਚ ਬਹੁਤ ਕਲੋਜ਼ ਫਾਈਟ ਹੋਈ। ਸੋ ਸਾਰਾ ਇਹਦੇ ਕੁਛ ਤਾਂ ਹੁਣ ਕਿੰਨੇ ਪੰਜਾਬੀ ਕਿੱਥੋਂ ਜਿੱਤੇ ਨੇ, ਕਿਸ ਢੰਗ ਤਰੀਕੇ ਨਾਲ ਮਾਹੌਲ ਰਿਹਾ, ਸੋ ਸਾਰੀ ਕੁਛ ਗੱਲਬਾਤ ਅਸੀਂ ਅੱਜ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਇੱਕ ਕਰਕੇ ਮਿਊਨਿਸਪੈਲਿਟੀਜ਼ ਦੀ ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਸਵਾਗਤ। ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਗਰੇਵਾਲ ਸਾਹਿਬ, ਆਪਾਂ ਸਭ ਤੋਂ ਪਹਿਲਾਂ ਵੇਖੋ ਜਿੱਥੇ ਬੈਠੇ ਹਾਂ ਇੱਥੋਂ ਗੱਲ ਤੋਰਦੇ ਹਾਂ। ਸਰੀ ਸ਼ਹਿਰ 'ਚ ਬੈਠੇ ਹਾਂ ਅਸੀਂ, ਸਰੀ ਤੋਂ ਪ੍ਰੋਗਰਾਮ ਕਰਦੇ ਹਾਂ ਤੇ ਸਰੀ ਦੇ ਵਿੱਚ ਵੀ ਹੁਣ ਨਾਲ ਵੋਟਾਂ ਸੀ ਤੇ ਮੁਕਾਬਲਾ ਐਨ ਪੂਰਾ ਨੈਕ ਟੂ ਨੈਕ ਅਖੀਰ ਤੱਕ ਚੱਲਦਾ ਰਿਹਾ। ਕੀ ਆ ਟੋਟਲ ਐਨਾਲਿਸਿਸ, ਹੁਣ ਕਿੱਦਾਂ ਦਾ ਮਾਹੌਲ ਸੀਗਾ, ਕਿੱਦਾਂ ਦੀ ਹਵਾ ਸੀ, ਕੀ ਨਤੀਜਾ ਉਹਦੇ ਅਕੋਰਡਿੰਗਲੀ ਆਇਆ ਤੇ ਹੁਣ ਅੱਗੇ ਕੀ ਹੋਊਗਾ? ਹਾਂਜੀ, ਧੰਨਵਾਦ। ਵੈਸੇ ਤਾਂ ਆਪਾਂ ਬੜੀ ਡਿਟੇਲ ਦੇ ਵਿੱਚ ਡਿਸਕਸ ਕੀਤਾ, ਲਾਈਵ ਕਵਰੇਜ ਕੀਤੀ ਹੈ ਮਿਊਨਿਸਪੈਲਿਟੀ ਦੀ ਇਲੈਕਸ਼ਨਾਂ ਦੀ, ਪਰ ਕਈ ਰਿਜ਼ਲਟ ਬਾਅਦ 'ਚ ਆਏ ਨੇ ਤੇ ਕੁਛ ਟਾਈਮ ਦੀ ਵਜ੍ਹਾ ਕਰਕੇ, ਟਾਈਮ ਲੈਪਸ ਕਰਕੇ ਕਈ ਰਿਜ਼ਲਟ ਬਾਅਦ 'ਚ ਆਏ ਨੇ। ਆਪਾਂ ਅੱਜ ਡਿਸਕਸ ਕਰਦੇ ਹਾਂ। ਸਰੀ ਇੱਕ ਇਸ ਵਾਰੀ ਇਲੈਕਸ਼ਨਾਂ ਦਾ ਮੇਨ ਕੇਂਦਰ ਰਿਹਾ BC ਦੇ ਵਿੱਚ, ਵੈਨਕੂਵਰ ਤੇ ਸਰੀ। ਤੇ ਜਿੰਨਾ ਵੀ ਫੋਕਸ ਹੋਇਆ, ਲੋਕਾਂ ਦੀ ਅਟੈਂਸ਼ਨ ਜ਼ਿਆਦਾ ਸਰੀ ਵੱਲ ਰਹੀ ਹੈ, ਕਿਉਂਕਿ ਸਰੀ ਦੇ ਵਿੱਚ ਉਹਦਾ ਵਿਸ਼ੇਸ਼ ਕਾਰਨ ਇਹ ਹੈ ਕਿ 2 ਪੰਜਾਬੀ ਕੈਂਡੀਡੇਟ ਸਰੀ ਦੀ ਇਲੈਕਸ਼ਨਾਂ ਵਿੱਚ ਸੀ ਤੇ ਤੀਸਰਾ ਮੇਅਰ ਡਗ ਮਕੱਲਮ ਜਿਹੜੇ ਇਨਕੰਬੈਂਟ ਨੇ ਉਹਨਾਂ ਨੂੰ ਚੈਲੰਜ ਕੀਤਾ ਗਿਆ। ਤੇ ਟੋਟਲ 5 ਸਲੇਟਾਂ ਸਰੀ ਦੇ ਵਿੱਚ ਇਲੈਕਸ਼ਨ ਲੜ ਰਹੀਆਂ ਸੀ ਤੇ ਇਸ਼ੂ ਸੀ ਜਿਹੜੇ ਉਹ ਵੀ ਬੜੇ ਕੰਟੈਂਸ਼ੀਅਸ ਸੀਗੇ। ਫਾਰ ਐਗਜ਼ਾਮਪਲ ਕਿ ਪੁਲਿਸ ਫੋਰਸ ਨੂੰ ਲੈ ਕੇ, ਸਕਾਈ ਟ੍ਰੇਨ ਨੂੰ ਲੈ ਕੇ, ਜਾਂ ਇਨਫਰਾਸਟਰਕਚਰ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ। ਸੋ ਇਸ ਕਰਕੇ ਇਹ ਇਲੈਕਸ਼ਨ ਇਸ ਵਾਰੀ ਕਾਫੀ ਹਿਸਟੋਰੀਕਲ ਵੀ ਰਹੀ ਹੈ। ਇਹਦੇ ਵਿੱਚ ਰਿਜ਼ਲਟ ਇਹ ਆਇਆ ਕਿ ਬ੍ਰੈਂਡਾ ਲੌਕ 33,311 ਵੋਟਾਂ ਲੈ ਕੇ ਮੇਅਰ ਡਗ ਮਕੱਲਮ ਤੋਂ 1,000 ਦੇ ਕਰੀਬ ਵੋਟਾਂ ਵੱਧ ਲੈ ਕੇ ਜਿੱਤੇ ਨੇ। ਤੇ ਥਰੂ ਆਊਟ ਰਿਜ਼ਲਟ ਜਦੋਂ ਆਏ ਨੇ ਤਾਂ ਉਹਨਾਂ ਦੀ ਲੀਡ ਬਰਕਰਾਰ ਰਹੀ ਹੈ। ਤੇ ਵੈਸੇ ਗੌਡੀ ਹੌਗ ਜਿਹੜੇ ਤੀਸਰੇ ਨੰਬਰ 'ਤੇ ਆਏ ਨੇ, ਉਹਨਾਂ ਦੀ ਪਹਿਲਾਂ ਨੈਕ ਟੂ ਨੈਕ ਕਾਫੀ ਤਿੰਨਾਂ ਦੀ ਫਾਈਟ ਚੱਲਦੀ ਸੀ ਤੇ ਉਹ 24,916 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਆਏ ਨੇ। ਚੌਥੇ ਨੰਬਰ 'ਤੇ ਫਾਰਮਰ ਮੈਂਬਰ ਆਫ ਪਾਰਲੀਮੈਂਟ ਤੇ ਕਰੰਟ MLA ਜਿੰਨੀ ਸਿਮਜ਼ ਨੇ, ਜਿਹੜੇ ਕਿ 14,895 ਵੋਟਾਂ ਲੈ ਕੇ ਚੌਥੇ ਨੰਬਰ 'ਤੇ ਰਹੇ ਨੇ। ਤੇ ਇਨਕੰਬੈਂਟ ਮੈਂਬਰ ਆਫ ਪਾਰਲੀਮੈਂਟ ਸੁਖ ਧਾਲੀਵਾਲ ਉਹ 9629 ਵੋਟਾਂ ਲੈ ਕੇ ਆਖਰੀ ਨੰਬਰ 'ਤੇ ਰਹੇ ਨੇ 5 ਸਲੇਟਾਂ ਦੇ ਵਿੱਚੋਂ। ਸੋ ਇਸ ਕਰਕੇ ਇਹ ਰਿਜ਼ਲਟ ਜਿਹੜੀ ਨਾਲ ਦੀ ਸਲੇਟ ਅਮਰਤ ਬੜਿੰਗ ਪੀਪਲਜ਼ ਕਾਉਂਸਲ ਸਰੀ 2270 ਵੋਟਾਂ ਵੀ ਰਹਿ ਗਏ ਤੇ ਬਾਕੀ ਜਿਹੜੇ ਥੱਲੇ ਬਣੇ ਆਜ਼ਾਦ ਉਮੀਦਵਾਰ ਨੇ ਉਧਰ ਬਣੇ। ਪਰ ਜਿਹੜੀ ਜਦੋਂ ਅਸੀਂ ਟੌਪ ਦੋਵਾਂ ਤੇ ਧਿਆਨ ਮਾਰਦੇ ਗਰੇਵਾਲ ਸਾਹਿਬ, ਫਰਕ ਜਿਹੜਾ ਆ ਤੁਸੀਂ ਇਹ ਦੇਖੋ 1000 ਵੋਟ ਤੋਂ ਵੀ ਘੱਟ ਵੋਟ ਦਾ ਫਰਕ। ਬਿਲਕੁਲ, ਮਤਲਬ ਇੰਨਾ ਘੱਟ ਫਰਕ ਰਹਿ ਜਾਣਾ। ਇੱਕ ਪਾਰਟੀ ਪਹਿਲੀ ਸੀਗੀ ਜਿਹੜੀ ਕਹਿੰਦੀ ਅਸੀਂ ਸ਼ਹਿਰ 4 CMP ਲੈ ਕੇ ਆਵਾਂਗੇ, ਦੂਸਰੇ ਨੰਬਰ ਵਾਲੇ ਕਹਿੰਦੇ ਅਸੀਂ ਸਰੀ ਪੁਲਿਸ, ਐਂਡ ਦੋਵੇਂ ਇੱਕ ਦੂਜੇ ਦੇ ਅੱਡੋ ਅੱਡ ਖੜੀਆਂ ਸਨ। ਹੁਣ ਇਹਦੇ ਨਾਲ ਲੋਕ ਆਸ ਕਰਦੇ ਨੇ ਕਿ ਬਈ ਹੁਣ ਤਬਦੀਲੀ ਕੀ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ। ਦੇਖੋ, ਇਹ ਬੜਾ ਮੇਰੇ ਖਿਆਲ ਚਿੰਤਾ ਦਾ ਵਿਸ਼ਾ ਹੀ ਹੈ, ਕਿਉਂਕਿ ਸਰੀ ਪੁਲਿਸ ਜਦੋਂ ਸ਼ੁਰੂ ਹੋਈ ਹੈ ਤਾਂ ਪਿਛਲੇ 3-4 ਸਾਲਾਂ 'ਚ ਉਹਨਾਂ ਨੇ ਨਵੇਂ ਪੁਲਿਸ ਆਫਿਸਰ ਹਾਇਰ ਕੀਤੇ ਨੇ, ਗੱਡੀਆਂ ਲਈਆਂ ਨੇ, ਯੂਨੀਫਾਰਮਾਂ ਬਣਾਈਆਂ ਨੇ ਤੇ ਇਨਫਰਾਸਟਰਕਚਰ ਸਾਰੀ ਸੈਟਅਪ ਕੀਤੀ ਹੈ। ਹੁਣ ਵਾਪਸ RCMP ਨੂੰ ਜਾਣ ਦੇ ਲਈ ਕੀ ਲਾਸ ਕਿੰਨਾ ਕੁ ਹੋਏਗਾ, ਜਾਂ ਕਿੰਨਾ ਕੁ ਇਹਦਾ ਖਰਚਾ ਹੋਏਗਾ, ਜਾਂ ਕਿੰਨੀ ਬਚਤ ਹੋਣੀ ਹੈ। ਮੇਅਰ ਇਲੈਕਟ ਬ੍ਰੈਂਡਾ ਲੌਕ ਕਹਿੰਦੇ ਨੇ ਕਿ $521 ਮਿਲੀਅਨ ਦੀ ਸੇਵਿੰਗ ਹੋਣੀ ਹੈ BC ਨੂੰ। ਪਰ ਹੁਣ ਅੱਗੇ ਇਹ ਮਤਲਬ ਚੈਲੰਜ ਰਹੂਗਾ ਉਹਨਾਂ ਦੇ ਲਈ ਕਿ ਕੀ ਉਹ ਇਹ ਕਰ ਸਕਣਗੇ ਕਿ ਨਹੀਂ ਕਰ ਸਕਣਗੇ। ਜੇ ਉਹ ਨਾ ਕਰ ਸਕੇ ਤਾਂ ਉਹ ਇੱਕ ਅਨਪੋਪੂਲਰ ਮੇਅਰ ਹੋਣਗੇ, ਜੇ ਉਹ ਕਰ ਗਏ ਤਾਂ ਆਪਣੇ ਜਿਹੜੇ, ਜਿਸ ਤਰ੍ਹਾਂ ਜਦੋਂ ਪੁਲਿਸਿੰਗ ਦਾ ਇਸ਼ੂ ਸ਼ੁਰੂ ਹੋਇਆ ਪਿਛਲੀ ਇਲੈਕਸ਼ਨਾਂ ਤੋਂ ਬਾਅਦ, ਜਾਂ ਸਕਾਈ ਟ੍ਰੇਨ ਦਾ ਇਸ਼ੂ ਸੀ, ਇਹ ਦੋਨੋਂ ਟਫ ਡਿਸੀਜ਼ਨ ਸੀਗੇ ਜਿਹੜੇ ਮੇਅਰ ਡਗ ਮਕੱਲਮ ਨੇ ਇੰਪਲੀਮੈਂਟ ਕੀਤੇ ਨੇ। ਤੇ ਬ੍ਰੈਂਡਾ ਲੌਕ ਆਪਣੇ ਕੀਤੇ ਹੋਏ ਪ੍ਰੋਮਿਸ ਇੰਪਲੀਮੈਂਟ ਕਰ ਸਕਣਗੇ ਕਿ ਨਹੀਂ, ਇਹ ਇੱਕ ਬੜਾ ਵੱਡਾ ਇਸ਼ੂ ਰਹੇਗਾ। ਪਰ ਦੂਸਰੇ ਪਾਸੇ ਜਿਹੜੇ ਕਾਉਂਸਲਰਸ ਨੇ, 4 ਕਾਉਂਸਲਰ ਤਾਂ ਮੇਅਰ ਇਲੈਕਟ ਬ੍ਰੈਂਡਾ ਲੌਕ ਦੀ ਸਲੇਟ ਦੇ ਨੇ। ਉਸ ਤੋਂ ਬਿਨਾਂ 2 ਸਰੀ ਫਸਟ ਤੋਂ ਗੌਰਡਨ ਹੌਗ ਦੀ ਸਲੇਟ ਦੇ ਨੇ ਤੇ 2 ਇਨਕੰਬੈਂਟ ਨੇ ਜਿਹੜੇ ਡਗ ਮਕੱਲਮ ਦੀ ਸਲੇਟ ਤੋਂ ਨੇ। ਤੇ ਇਸ ਵਾਰੀ 3 ਪੰਜਾਬੀ ਕੌਂਸਲ ਦੇ ਵਿੱਚ ਇਲੈਕਟ ਹੋਏ ਨੇ, ਹੈਰੀ ਬੈਂਸ, ਪ੍ਰਦੀਪ ਕੂਨਰ ਤੇ ਮਨਦੀਪ ਨਾਗਰਾ। ਮਨਦੀਪ ਨਾਗਰਾ ਦੂਸਰੀ ਵਾਰੀ ਇਲੈਕਟ ਹੋਏ ਨੇ। ਸੋ ਦੇਖੋ ਕਿ ਜਿਹੜੇ ਚੈਲੰਜਸ ਨੇ, ਪ੍ਰੋਮਿਸ ਕਿਸ ਤਰ੍ਹਾਂ ਕੀਪ ਕੀਤੇ ਜਾਂਦੇ ਨੇ। ਤੇ ਵੈਸੇ ਜੇ 4-4 ਡਿਵਾਈਡ ਹੋ ਜਾਂਦੇ ਨੇ ਕੌਂਸਲਰ, ਤਾਂ ਬ੍ਰੈਂਡਾ ਲੌਕ ਐਜ਼ ਮੇਅਰ
ਉਹ ਟਾਈ ਬ੍ਰੇਕ ਕਰਨਗੇ। ਬਿਲਕੁਲ, ਉਹ ਵੋਟ ਪਾਉਣਗੇ। ਸੋ ਇਹ ਨਤੀਜਾ ਜੋ ਸਰੀ ਤੋਂ ਕਾਉਂਸਲਰ ਦੀਆਂ ਵੋਟਾਂ ਦਾ, ਪਹਿਲੇ ਨੰਬਰ ਤੇ ਐਨਐਸ ਸਲਿੰਡਾ, ਉਹਨਾਂ ਨੇ 35,222 ਵੋਟਾਂ। ਦੂਸਰੇ ਨੰਬਰ ਤੇ ਰਹੇ ਹੈਰੀ ਬੈਂਸ ਜੋ ਬ੍ਰੈਂਡਾ ਲੌਕ ਉਹਨਾਂ ਦੀ ਸਲੇਟ ਤੋਂ ਨੇ, ਸਰੀ ਕਨੈਕਟ ਤੋਂ 33,708 ਵੋਟਾਂ। ਪਹਿਲੀ ਵਾਰੀ ਵੋਟਾਂ ਲੜਦੇ ਪਏ ਨੇ ਇਹ ਹੈਰੀ ਬੈਂਸ ਹੋਣੀ। ਮਾਈਕ ਬੋਸ ਹੋਣਾ ਨੇ 30,700 ਕੁਛ ਵੋਟਾਂ ਖੜੀਆਂ। ਫਿਰ ਇਸ ਤੋਂ ਬਾਅਦ ਸਰੀ ਕਨੈਕਟ ਤੋਂ ਲਗਾਤਾਰ 3 ਜਿੱਤੇ, ਜਿਨ੍ਹਾਂ ਦੇ ਵਿੱਚ ਜਿਹੜੇ ਹੈਪਨਰ ਨੇ, ਫਿਰ ਸਟੱਟ ਨੇ, ਫਿਰ ਪ੍ਰਦੀਪ ਕੌਰ ਕੂਨਰ ਆ ਜਾਂਦੇ ਨੇ ਸਰੀ ਕਨੈਕਟ ਤੋਂ 25,118 ਵੋਟਾਂ। ਫਿਰ ਉਸ ਤੋਂ ਬਾਅਦ ਸੇਫ ਸਰੀ ਕਲੂਜਨ ਤੋਂ ਅਗਲੇ 2 ਜਿਹੜੇ ਕਾਉਂਸਲਰ ਦੇ ਉਮੀਦਵਾਰ, ਜਿਨ੍ਹਾਂ ਦੇ ਵਿੱਚ ਐਲਫਰਡ ਤੇ ਨਾਲ ਮਿਸਟਰ ਨਾਗਰਾ ਹੋਣੀ ਆ ਜਾਂਦੇ ਨੇ। ਇਹ ਜਿਹੜੇ ਨੇ ਸੇਫ ਸਰੀ ਕਲੂਜਨ ਤੋਂ 2 ਜਿਹੜੇ ਮੇਅਰ ਡਗ ਮਕਲਮ ਦੀ ਸਲੇਟ ਤੋਂ ਉਮੀਦਵਾਰ। ਸੋ 4 ਇਹ ਹੋ ਗਏ, 4 ਬ੍ਰੈਂਡਾ ਲੌਕ ਉਹਨਾਂ ਦੇ ਹੋ ਗਏ, 4 ਉਹਨਾਂ ਦੇ ਵਿਰੋਧੀ ਹੋ ਗਏ। ਸੋ ਫਿਰ ਵੀ ਉਹਨਾਂ ਮੈਜੋਰਿਟੀ ਜਿਹੜੀ ਆ 5ਵੀਂ ਵੋਟ ਜਿਹੜੀ ਮੇਅਰ ਦੀ ਕਾਊਂਟ ਹੁੰਦੀ ਆ ਉਹਨਾਂ ਦੇ ਹੱਕ ਦੇ ਵਿੱਚ ਰਹੇਗੀ। ਪਰ ਉਹਨਾਂ ਵਾਸਤੇ ਇੰਨਾ ਸੌਖਾ ਨਹੀਂ ਹੋਣ ਵਾਲਾ ਇਹ ਸਮਾਂ ਆਉਣ ਵਾਲਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ, ਜਿਹੜੇ ਕੰਮ ਹੋਏ ਨੇ ਉਹਨਾਂ ਨੂੰ ਉਹ ਵਾਪਸ ਲਿਆਉਣ ਦੀ ਸੋਚਦੇ ਨੇ। ਉਹਨਾਂ ਨੇ ਜਿੱਦਣ ਆਪਣੀ ਜੇਤੂ ਸਪੀਚ ਦਿੱਤੀ, ਪੈਂਦੇ ਹੀ ਗੱਲ ਇਹ ਜਿੱਤੀ ਕਿ ਸਰੀ ਦੇ ਵਿੱਚ RCMP ਰੱਖਣ ਵਾਲੇ ਦੀ ਜਿੱਤ ਹੋਈ, ਸਰੀ ਦੇ ਵਿੱਚ ਬੀਰ ਕ੍ਰੀਕ ਪਾਰਕ ਦੇ ਰਾਖੇ ਦੀ ਜਿੱਤ ਹੋਈ। ਭਾਵ ਉਹ 84 ਐਵਨਿਊ ਵਾਲਾ ਕੰਮ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਰੋਕਣ, ਇਸ ਪਾਸੇ ਨੂੰ ਵੀ ਵਧਣ। ਪਰ ਉਹ ਆਪਣੇ ਹੁਣ ਅੰਤਲੀ ਮਤਲਬ ਦਿਲਚਸਪ ਹੋਣ ਵਾਲਾ ਉਹਨਾਂ ਦਿਨਾਂ ਦੇ ਵਿੱਚ ਵੀ ਲੋਕ ਪੱਖੀ ਚੀਜ਼ ਜਾਂਦੀ ਆ ਕਿ ਜਾਂ ਫਿਰ ਸਿਆਸੀ ਮਾਹੌਲ ਭਖਦਾ ਆ। ਸੋ ਕਾਫੀ ਕੁਝ ਨਿਕਲਣਾ। ਅਗਲੀ ਆਪਾਂ ਵੈਨਕੂਵਰ ਨੂੰ ਗੇੜਾ ਮਾਰੀਏ ਕਰਿਆ ਸਾਹਿਬ। ਉੱਥੇ ਵੀ ਕਹਿੰਦੇ ਕਿ ਕਾਫੀ ਮੁਕਾਬਲਾ ਦਿਲਚਸਪ ਸੀਗਾ, ਐਂਡ ਅਖੀਰ ਤੱਕ ਚੱਲਦਾ ਰਿਹਾ। ਉੱਥੋਂ ਦਾ ਰਿਜ਼ਲਟ ਕੀ ਕਹਿੰਦਾ? ਹਾਂ, ਉੱਥੋਂ ਦਾ ਰਿਜ਼ਲਟ ਇਹ ਹੈ ਕਿ ਕੈਨ ਸਿਮਜ਼ ਜਿਹੜੇ ABC ਸਲੇਟ ਤੋਂ ਸੀ 85,732 ਵੋਟਾਂ ਲੈ ਕੇ ਇਨਕੰਬੈਂਟ ਕੈਨੇਡੀ ਸਟੂਅਰਟ ਤੋਂ, ਜਿਨ੍ਹਾਂ ਨੂੰ ਸਿਰਫ 49,593 ਵੋਟਾਂ ਪਈਆਂ, ਹਿਊਜ ਮਾਰਜਨ, ਤੇ ਉਹਦੇ ਨਾਲ ਉਹ ਜਿੱਤੇ ਨੇ। ਤੇ ਵੈਸੇ ਤਾਂ 2018 ਦੇ ਵਿੱਚ ਕੈਨ ਸਿਮਜ਼ ਡਿਫੀਟ ਹੋਏ ਸੀ, ਤੇ ਹੁਣ ਉਹਨਾਂ ਦੀ ਸਲੇਟ ਦੇ 7 ਕਾਉਂਸਲਰ ਨੇ। ਉਹ ਤੋਂ ਬਿਨਾਂ 2 ਗ੍ਰੀਨ ਪਾਰਟੀ ਦੇ ਨੇ ਤੇ ਇੱਕ 1 ਸਿਟੀ ਤੋਂ 7 ਇਹਨਾਂ ਚ ਟੋਟਲ 10 ਨੇ, ਟੋਟਲ 10 ਕਾਉਂਸਲਰ ਨੇ, 7 + 2 + 1। ਹਾਂ, ਤੇ ਇਹ ਵੱਖ-ਵੱਖ ਮਿਊਨਿਸਪੈਲਿਟੀਆਂ 'ਚ ਕਿਤੇ 6 ਬਣਦੇ ਨੇ, ਕਿਤੇ 8 ਬਣਦੇ ਨੇ, ਕਿਤੇ 10 ਬਣਦੇ ਨੇ। ਹਾਂ, ਮੋਸਟਲੀ ਵੱਡੀਆਂ ਜਿਹੜੀਆਂ ਮਿਊਨਿਸਪੈਲਿਟੀਆਂ ਉਹਨਾਂ 'ਚ 10, ਕੱਲੀ ਵੈਨਕੂਵਰ। ਬਾਕੀਆਂ ਦੇ ਵਿੱਚ 8-8 ਕਾਉਂਸਲਰ ਨੇ ਮੋਸਟਲੀ। ਜਿਹੜੀਆਂ ਛੋਟੀਆਂ ਉਹਨਾਂ 'ਚ 6, ਕਿਸੇ 4 ਵੀ ਨੇ। 10 ਜਿਹੜੇ ਆ ਵੈਨਕੂਵਰ ਤੋਂ ਇਲਾਵਾ ਮੇਰਾ ਨਹੀਂ ਖਿਆਲ ਕਿਤੇ ਹੋਰ ਨਹੀਂ ਹੈ। ਸੋ ਇਹ ਇੱਕ ਤੇ ਰਿਜ਼ਲਟ ਬੜਾ ਸਟ੍ਰੇਂਜ ਸੀਗਾ ਤੇ ਪਰ ਐਂਟੀਸਪੇਟਡ ਸੀਗਾ। ਜਿਸ ਤਰ੍ਹਾਂ ਆਪਾਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹ ਕਹਿ ਰਹੇ ਸੀਗੇ ਕਿ ਇਸ ਵਾਰੀ ਇਸ ਤਰ੍ਹਾਂ ਹੋਣ ਦੇ ਚਾਂਸਸ ਨੇ। ਤੇ ਬਾਕੀ ਸਕੂਲ ਬੋਰਡ ਤੇ ਪਾਰਕਸ ਬੋਰਡ, ਉਹਦੇ ਵਿੱਚ ਵੀ ABC ਸਲੇਟ ਜਿਹੜੀ ਮੇਅਰ ਇਲੈਕਟ ਕੈਨ ਸਿਮਜ਼ ਦੀ, ਉਹਦੇ ਵਿੱਚ ਅੱਜ ਕੈਨ ਸਿਮ ਨੇ ਸਵੇਰੇ ਸਪੀਚ ਦਿੱਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਆਪਣੀਆਂ ਪ੍ਰਾਇੋਰਟੀਜ਼ ਲੇਆਊਟ ਕੀਤੀਆਂ ਨੇ। ਕ੍ਰਾਈਮ ਜਿਹੜਾ ਉਹ ਬੜਾ ਇੰਪੋਰਟੈਂਟ ਇਸ਼ੂ ਹੈ। ਇਸ ਤੋਂ ਬਿਨਾਂ ਅਫੋਰਡੇਬਿਲਿਟੀ ਵਗੈਰਾ ਵਗੈਰਾ ਉਹਨਾਂ ਤੇ ਆਪਣੇ ਵਿਊਜ਼ ਦੱਸੇ ਨੇ। ਬਿਲਕੁਲ ਠੀਕ ਆ। ਅੱਛਾ ਗਿੱਲ ਸਾਹਿਬ, ਇਹਦੇ ਨਾਲ ਹੁਣ ਜੇ ਆਪਾਂ ਐਬਸਫੋਰਡ ਦੀ ਵੀ ਗੱਲ ਕਰ ਲਈਏ, ਕਿਉਂਕਿ ਉੱਥੇ ਵੀ ਭਾਈਚਾਰੇ ਤੋਂ ਮੇਅਰ ਉਮੀਦਵਾਰ ਵੀ ਖੜੇ ਸਨ, ਕਾਉਂਸਲਰ ਉਮੀਦਵਾਰ ਵੀ ਖੜੇ ਸਨ, ਜਿੱਤੇ ਵੀ ਨੇ। ਉੱਥੋਂ ਦਾ ਰਿਜ਼ਲਟ ਤਕਰੀਬਨ ਕੀ ਕਹਿੰਦਾ? ਹਾਂ, ਉੱਥੇ ਜਿਹੜੇ ਮੇਅਰ ਇਲੈਕਟ ਹੋਏ ਨੇ, ਮਨਜੀਤ ਸੋਹੀ ਤੋਂ ਦੁੱਗਣੀਆਂ ਵੋਟਾਂ ਲੈ ਕੇ ਇਲੈਕਟ ਹੋਏ ਨੇ। ਰੌਸ ਸਾਈਮਨਸ। ਹਾਂਜੀ, ਰੌਸ ਸਾਈਮਨਸ। ਬਿਲਕੁਲ। ਸੋ ਰੌਸ ਸਾਈਮਨਸ ਨੇ ਉੱਥੇ 16,037 ਵੋਟਾਂ ਖੜੀਆਂ। ਦੂਸਰੇ ਨੰਬਰ ਤੇ ਮਨਜੀਤ ਸਿੰਘ ਸੋਹੀ ਰਹੇ, ਉਹਨਾਂ ਨੇ 7705 ਵੋਟਾਂ ਖੜੀਆਂ। ਫਿਰ ਇੱਦਾਂ ਹੀ ਤੀਸਰੇ ਨੰਬਰ ਤੇ ਚੌਥੇ ਨੰਬਰ ਵਾਲੇ ਨੇ 600 ਤੇ 500 ਵੋਟਾਂ ਸਿਰਫ ਖੜੀਆਂ। ਪਰ ਜਿਹੜੇ ਕਾਉਂਸਲਰ ਇਲੈਕਟ ਹੋਏ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਡੇਵ ਸਿੱਧੂ ਹੋਣਾ ਖੜੀਆਂ। ਹਾਂਜੀ, ਕਾਉਂਸਲਰਾਂ ਦੇ ਵਿੱਚੋਂ ਸਭ ਤੋਂ ਵੱਧ ਉਹ ਰੀ-ਇਲੈਕਟ ਹੋਏ ਨੇ। ਹਾਂਜੀ, ਉਹ ਰੀ-ਇਲੈਕਟ ਹੋਏ। ਉਹ ਸਾਲ ਪਹਿਲਾਂ ਹੀ ਅਜੇ ਇਲੈਕਟ ਹੋਏ, ਜਦੋਂ ਉੱਥੇ ਬਾਈ ਇਲੈਕਸ਼ਨਸ ਹੋਈਆਂ ਸੀ ਉਹਦੇ ਵਿੱਚ। ਤੇ ਹੁਣ ਸਾਲ ਬਾਅਦ ਹੀ ਡੇਵ ਸਿੱਧੂ ਹੋਣਾ ਨੇ 14,419 ਵੋਟਾਂ ਜਿਹੜੀਆਂ ਲੈ ਕੇ ਪਹਿਲੇ ਨੰਬਰ ਤੇ ਕਾਉਂਸਲਰ 'ਚ ਰਹੇ ਨੇ। ਇਸ ਤੋਂ ਇਲਾਵਾ ਬਾਕੀ ਕਾਉਂਸਲਰਾਂ ਵਿੱਚੋਂ ਭਾਈਚਾਰੇ ਤੋਂ ਜਿਹੜੇ ਨੇ ਕੈਲੀ ਚਾਹਲ ਹੋਣੀ, ਉਹ ਇਲੈਕਟ ਹੋਏ ਨੇ। ਤੇ ਬਾਕੀ ਸਾਰੇ ਹੋਰ ਭਾਈਚਾਰੇ ਤਾਂ ਉਹਨਾਂ ਦੇ ਟੋਟਲ 8 ਕਾਉਂਸਲਰ ਜਿਹੜੇ ਉੱਥੇ ਬਣੇ ਨੇ। ਕੈਲੀ ਚਾਹਲ ਹੋਣੀ ਵੀ ਰੀ-ਇਲੈਕਟ ਹੋਏ ਨੇ ਤੇ ਇਹਨਾਂ ਨੂੰ ਤਕਰੀਬਨ 9,156 ਵੋਟਾਂ ਪਈਆਂ। ਤੇ ਇੱਦਾਂ ਹੀ ਐਬਸਫੋਰਡ ਫਸਟ ਤੋਂ ਇੱਕ ਹੋਰ ਜਿਹੜੇ ਉਮੀਦਵਾਰ ਨੇ, ਮਾਰਕ ਵਰਕਿੰਗਟਨ, ਉਹ ਵੀ 9,437 ਵੋਟਾਂ ਲੈ ਕੇ ਜਿੱਤੇ। ਸੋ ਟੋਟਲ ਉੱਥੇ 2 ਭਾਈਚਾਰੇ ਤੋਂ ਕਾਉਂਸਲਰ ਤੇ ਇੱਕ ਜਿਹੜੇ ਮੇਅਰ ਉਮੀਦਵਾਰ ਸੀ ਉਹ ਹਾਰ ਗਏ, ਉਹ ਜਿੱਤ ਨਹੀਂ ਸਕੇ। ਰਾਈਟ, ਬਿਲਕੁਲ। ਤੇ ਅਗਲੀ ਗੱਲ ਜਿਹੜੀ ਆ ਹੁਣ ਵਿਕਟੋਰੀਆ, ਰਾਜਧਾਨੀ BC ਦੀ, ਉਧਰ ਵੀ ਕਾਫੀ ਧਿਆਨ ਆ ਸਾਰਿਆਂ ਦਾ। ਉੱਥੋਂ ਦਾ ਨਤੀਜਾ ਕੀ ਕਹਿੰਦਾ? ਹਾਂ, ਉੱਥੇ ਮੇਰੀਅਨ ਆਲਟੋ ਉਹ 8 ਕੈਂਡੀਡੇਟਾਂ ਦੇ ਵਿੱਚੋਂ ਜਿੱਤੇ ਨੇ। ਤੇ ਉਹਨਾਂ ਨੇ ਆਊਟਗੋਇੰਗ ਮੇਅਰ ਸੀ ਜਿਹੜੀ ਲੀਜ਼ਾ ਹੈਲਪਸ, ਉਹਦੀ ਜਗ੍ਹਾ ਤੇ ਸੀਟ ਲਈ ਆ। ਪਰ ਉੱਥੇ ਵੀ ਟਫ ਕੰਪੀਟੀਸ਼ਨ ਸੀ। ਇਹ ਵੀ 50% ਤੋਂ ਵੱਧ ਵੋਟਾਂ ਲੈ ਕੇ ਜਿੱਤੇ ਨੇ। ਅੱਛਾ ਜੀ, ਇਹ ਇਸ ਪੱਖੋਂ ਵੀ। ਅੱਛਾ, ਅਗਲੀ ਗੱਲ ਜਿਹੜੀ ਆਪਾਂ ਨਾਲ ਹੀ ਕਰ ਲੈਣੀ ਆ ਜੀ, ਉਹ ਹੁਣ ਅਗਲੀਆਂ 3 ਜਿਹੜੀਆਂ ਮਿਊਨਿਸਪੈਲਿਟੀਜ਼ ਨੇ, ਜਿਨ੍ਹਾਂ ਦੇ ਵਿੱਚ ਆਪਾਂ ਪਹਿਲਾਂ ਇੱਕ ਸਾਡੀ ਗਵਾਂਢੀ ਸਰੀ ਦੇ ਡੈਲਟਾ ਦੀ ਮਾੜੀ ਜੀ ਗੱਲ ਕਰ ਲਈਏ, ਕਿਉਂਕਿ ਡੈਲਟਾ ਤੋਂ ਵੀ ਉਮੀਦਵਾਰ ਭਾਈਚਾਰੇ ਤੋਂ ਖੜੇ ਸਨ। ਮੇਅਰ ਉਮੀਦਵਾਰ ਵੀ ਸਨ, ਕਾਉਂਸਲ ਉਮੀਦਵਾਰ ਵੀ ਸਨ। ਉਹਨਾਂ ਦੇ ਵਿੱਚੋਂ ਮੇਅਰ ਉੱਥੇ ਬਣੇ ਨੇ ਜਾਰਜ ਹਾਰਵੀ 17,050 ਵੋਟਾਂ ਦੇ ਨਾਲ।
ਤੇ ਇਦਾਂ ਹੀ ਦੂਸਰੇ ਨੰਬਰ ਤੇ ਪੀਟਰ ਵੈਂਡਰ ਵੈਲਡਨ ਰਹੇ ਨੇ 3751 ਵੋਟਾਂ ਦੇ। ਤੀਸਰੇ ਨੰਬਰ ਤੇ ਜੋਗਿੰਦਰ ਰੰਧਾਵਾ ਪਿਛਲੀ ਵਾਰੀ ਵੀ ਖੜੇ ਸਨ, ਪਰ ਪਿਛਲੀ ਵਾਰੀ ਕਹਿੰਦੇ ਵੋਟ ਕੋਈ ਸ਼ਾਇਦ ਨਹੀਂ ਸੀ ਪਈ, ਉਹ ਸਰੀ ਦੇ ਵਿੱਚ ਖੜੇ ਸੀ, ਉਹ ਪਿਛਲੇ ਇੱਥੋਂ ਸਰੀ ਤੋਂ ਖੜੇ ਸਨ, ਵੋਟ ਨਹੀਂ ਪਈ। ਪਰ ਐਰਕਾਂ ਉਹ ਡੈਲਟਾ ਤੋਂ ਖੜੇ ਨੇ ਜੋਗਿੰਦਰ ਰੰਧਾਵਾ, ਤੇ ਐਰਕਾਂ 1341 ਵੋਟਾਂ ਲੈ ਕੇ ਗਏ ਨੇ। ਇਦਾਂ ਹੀ ਕੌਂਸਲਰ ਉੱਥੇ 6 ਬਣੇ ਨੇ। 6 ਕੌਂਸਲਰਾਂ ਦੇ ਵਿੱਚੋਂ ਜੈਨੀਫਰ ਜੌਲ ਹੁਣੀ ਇੱਕ ਜਿਹੜੇ ਉਹ ਜਿੱਤੇ ਨੇ, ਨਾਲ ਜੈਸੀ ਦੋਸਾਂਝ ਉਹ ਨਾਲ ਜਿੱਤੇ ਨੇ। ਤੇ ਇਦਾਂ ਹੀ ਜਿਹੜੇ ਟੋਟਲ 6 ਵੋਟਾਂ ਜਿਹੜੀਆਂ ਨੇ ਉਹ ਲੈ ਕੇ ਗਏ ਨੇ। ਤੇ ਸਕੂਲ ਟਰਸਟੀ ਉੱਥੇ ਐਮਨ ਢਿੱਲੋਂ ਹੁਣੀ ਉਹ ਨਾਲ ਸਕੂਲ ਟਰਸਟੀਆਂ ਦੇ ਵਿੱਚ ਜਿਹੜੇ ਪਹਿਲੀਆਂ 8 ਦੇ ਵਿੱਚ ਉਹ ਜਿਹੜੇ 7 ਦੇ ਵਿੱਚ ਸ਼ਾਮਲ ਹੋਏ ਨੇ। ਬਾਕੀ ਹੋਰ ਭਾਈਚਾਰੇ ਤੋਂ ਵੀ ਵੋਟਾਂ ਖੜੇ ਨੇ। ਅੱਛਾ ਗੈਰਲ ਸਾਹਿਬ, ਕਲੋਨਾ ਕੈਮਲੂਸ ਪੈਂਟਿੰਗਟਨ ਉੱਥੋਂ ਦਾ ਮਾਹੌਲ ਕਿਵੇਂ ਰਿਹਾ? ਹਾਂਜੀ, ਕਲੋਨਾ ਦੇ ਵਿੱਚ ਟੌਮ ਡਾਇਸ ਉਹਨਾਂ ਨੇ ਇਨਕੰਬੈਂਟ ਮੇਅਰ ਕੋਲਿਨ ਬਸਰਾਂ ਦੇ ਉੱਤੋਂ ਵਿਨ ਕੀਤੇ ਆ। ਅੱਛਾ ਜੀ। ਤੇ ਉੱਥੇ ਮੋਹਿਨੀ ਸਿੰਘ ਵੀ ਕਾਉਂਸਲਰ ਇਲੈਕਟ ਹੋਏ ਨੇ ਤੇ ਰੀ ਇਲੈਕਟ ਹੋਏ ਰਾਦਰ ਜੀ। ਕੈਮਲੂਪਸ ਦੇ ਵਿੱਚ ਰੀਡ ਹੈਮਰ ਜੈਕਸਨ, ਅੱਛਾ ਜੀ, ਉਹ ਤਕਰੀਬਨ 32% ਵੋਟਾਂ ਲੈ ਕੇ ਜਿੱਤੇ ਨੇ। ਤੇ ਉਹਨਾਂ ਨੇ ਪੁਰਾਣੇ ਕਾਉਂਸਲਰ ਉਹਨਾਂ ਨੂੰ ਹਰਾਇਆ, ਤੇ ਪਲੱਸ 3-4 ਕੈਂਡੀਡੇਟ ਉੱਥੇ ਹੋਰ ਵੀ ਸੀ। ਉਹਨਾਂ ਦੇ ਵਿੱਚੋਂ ਇੱਕ ਪੰਜਾਬੀ ਭਾਈਚਾਰੇ ਤੋਂ ਅਰਜਨ ਸਿੰਘ ਸੀ ਜੀ, ਉਹਨਾਂ ਨੂੰ ਵੀ ਹਰਾਇਆ। ਇੱਕ ਨਾਲ ਰੇਤ ਧਾਲੀਵਾਲ ਵੀ ਸੀ। ਹਾਂ, ਇੱਕ ਰੇਤ ਧਾਲੀਵਾਲ ਵੀ ਸੀਗੇ, ਉਹ ਮੇਰੇ ਖਿਆਲ ਕਾਉਂਸਲਰ ਲਈ ਸੀ ਸ਼ਾਇਦ। ਨਹੀਂ, ਰੇਤ ਧਾਲੀਵਾਲ ਮੇਅਰ ਵਾਸਤੇ ਖੜੇ ਸਨ, ਅਖੀਰ ਨੰਬਰ 5ਵੇਂ ਨੰਬਰ ਤੇ ਆਏ। ਦੈਟਸ ਰਾਈਟ, ਠੀਕ ਹੈ ਜੀ। ਤੇ ਬਿਲ ਸਰਾਏ ਉੱਥੇ ਕਾਉਂਸਲਰ ਚੁਣੇ ਗਏ ਨੇ। ਬਿਲ ਸਰਾਏ ਉੱਥੇ ਜਿਹੜੇ ਨੇ ਉਹ ਭਾਈਚਾਰੇ ਤੋਂ ਨੇ ਤੇ ਉਹ ਕਾਉਂਸਲਰ ਬਣੇ ਨੇ। ਤੇ ਉਹਨਾਂ ਨੇ 10,737 ਵੋਟਾਂ ਖੜੀਆਂ ਤੇ ਦੂਸਰੇ ਨੰਬਰ ਦੀਆਂ ਵੋਟਾਂ ਖੜੀਆਂ ਬਿਲਕੁਲ, ਜਿਹੜੀਆਂ ਟੋਟਲ 8 ਉਮੀਦਵਾਰਾਂ ਦੇ ਵਿੱਚੋਂ। ਤੇ ਕੁਝ ਕੁ ਉੱਥੇ ਹੋਰ ਦਰਪਨ ਸ਼ਰਮਾ ਜੀ ਖੜੇ ਸਨ, ਪਰ ਉਹ ਉੱਥੋਂ ਜਿੱਤ ਜਿਹੜੀ ਪ੍ਰਾਪਤ ਨਹੀਂ ਕਰ ਸਕੇ, ਉਹ ਉਧਰਲੇ ਬੰਨੋਂ ਰਹਿ ਗਏ। ਠੀਕ ਹੈ ਜੀ। ਰੇਤ ਧਾਲੀਵਾਲ ਵੀ, ਹਾਂਜੀ, ਜਿਹੜੇ ਰੇਤ ਧਾਲੀਵਾਲ ਉਹ ਤੇ ਮੇਅਰ ਉਮੀਦਵਾਰ ਸਨ, ਉਹ ਮੇਅਰ ਉਮੀਦਵਾਰ ਹੈਗੇ। ਰੇਤ ਧਾਲੀਵਾਲ ਤੇ ਅਰਜਨ ਸਿੰਘ ਉਹ ਜਿਹੜੇ ਮੇਅਰ ਉਮੀਦਵਾਰ ਸਨ ਤੇ ਉਹ ਨਹੀਂ ਜਿੱਤ ਸਕੇ। ਬਿਲਕੁਲ। ਸੋ ਕੁੱਲ ਮਿਲਾ ਕੇ ਇਹ ਕੁਝ ਜੋੜਨਾ ਪਲੀਜ਼। ਨਹੀਂ, ਮੈਂ ਪੈਂਟਿੰਗਟਨ ਦੱਸਣ ਲੱਗਿਆ ਸੀ, ਪਰ ਤੁਸੀਂ ਪੈਂਟਿੰਗਟਨ ਦੇ ਵਿੱਚ ਜੂਲੀਅਸ ਬਲੂਮਫੀਲਡ, ਇਹਨਾਂ ਨੇ ਜੇਸਨ ਰੀਮਨ ਦੇ ਉੱਤੇ ਜਿੱਤ ਕੀਤੀ ਪ੍ਰਾਪਤ। ਤੇ ਇਨਕੰਬੈਂਟ ਨੂੰ ਬੀਟ ਕੀਤਾ ਤੇ ਉਹ ਤੀਜੇ ਨੰਬਰ ਤੇ ਆਏ ਨੇ ਇਨਕੰਬੈਂਟ। ਬਿਲਕੁਲ। ਤੇ ਉੱਥੇ ਦਵਿੰਦਰ ਸੰਧੂ ਵੀ ਕੈਂਡੀਡੇਟ ਖੜੇ ਸੀ, ਉਹ ਵਿਨ ਨਹੀਂ ਕਰ ਸਕੇ। ਬਿਲਕੁਲ ਠੀਕ ਹੈ ਜੀ। ਸੋ ਇਹ ਕੁੱਲ ਮਿਲਾ ਕੇ ਬਹੁਤ ਸਾਰੀਆਂ ਹੋਰ ਮਿਊਨਿਸਪੈਲਿਟੀਜ਼ ਵੀ ਸਨ ਜਿੱਥੋਂ ਰਿਜ਼ਲਟ ਨਤੀਜੇ ਆਏ, ਪਰ ਇਹ ਕੁਝ ਖਾਸ ਜਿੱਥੇ ਨਾਲ ਪੰਜਾਬੀ ਭਾਈਚਾਰਾ ਵੀ ਰਹਿੰਦਾ, ਵਸੋਂ ਵੀ ਰਹਿੰਦੀ, ਇੱਦਾਂ ਹੋਰ ਥੋੜ੍ਹੀਆਂ ਹੋਰ ਮਿਊਨਿਸਪੈਲਿਟੀਜ਼ ਵੀ ਹੈਗੀਆਂ ਨੇ। ਜਿੱਦਾਂ ਰਿਚਮੰਡ ਤੋਂ ਉਮੀਦਵਾਰ ਸਨ, ਬਰਨਬੀ ਤੋਂ ਵੀ ਕਈ ਥਾਵਾਂ ਤੋਂ ਕਿਤੇ ਸਨ, ਪਰ ਉਹ ਜਿਹੜੀ ਉਸ ਤਰੀਕੇ ਨਾਲ ਮੁੱਖ ਧਾਰਾ ਦੇ ਵਿੱਚ ਉਹਨੇ ਬੰਦੇ ਨਹੀਂ ਸ਼ਾਮਲ ਹੋ ਸਕੇ। ਸੋ ਕੁਝ ਹੋਰ ਦਿਲਚਸਪ ਤੱਥ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਨੇ ਵੀ ਕਿੱਥੇ ਮੇਅਰ ਜਿਹੜੇ ਦੁਬਾਰਾ ਚੁਣੇ ਗਏ, ਕਿੱਥੇ ਪਹਿਲੇ ਮੇਅਰ ਹਾਰ ਗਏ ਤੇ ਕਿੱਥੇ ਹੁਣ ਨਵੇਂ ਮੇਅਰ ਬਣੇ ਨੇ। ਹੁਣ ਜਿਹੜੀ ਗੱਲ ਕਰਨੀ ਹੈ ਕਿ ਭਾਈ ਹੁਣ ਜਿਹੜੇ ਮੇਅਰ ਪਹਿਲਾਂ ਵੀ ਮੇਅਰ ਸਨ ਤੇ ਰੀ-ਇਲੈਕਟ ਕਿੱਥੇ ਹੋਏ ਨੇ ਗਰੇਵਾਲ ਸਾਹਿਬ, ਉਹਨਾਂ ਬਾਰੇ ਥੋੜੀ ਜਾਣਕਾਰੀ ਦਿਓ। ਹਾਂ, ਵੈਸੇ ਤਾਂ 37 ਮੇਅਰ ਰੀ-ਇਲੈਕਟ ਹੋਏ ਨੇ, ਬਾਈ ਐਕਲਾਮੇਸ਼ਨ ਜਿੱਤੇ ਨੇ, ਜਿੱਥੇ ਵੋਟਾਂ ਹੀ ਨਹੀਂ ਹੋਈਆਂ, ਜਿੱਥੇ ਮੇਅਰ ਦਾ ਕੋਈ ਦੂਸਰਾ ਉਮੀਦਵਾਰ ਹੀ ਕੋਈ ਨਹੀਂ ਸੀ। ਹਾਂਜੀ, ਚੋਣਾਂ ਦੇ ਵਿੱਚ 10 ਰੀ-ਇਲੈਕਟ ਹੋਏ ਨੇ। ਐਨਮੋਰ, ਬਲਕਾਰਾ, ਬਰਨਬੀ, ਡੈਲਟਾ, ਪਿਟਮੈਡੋਜ਼, ਕੋਕਿਟਲਮ, ਪੋਰਟ ਕੋਕਿਟਲਮ, ਰਿਚਮੰਡ, ਨਾਰਥ ਵੈਨਕੂਵਰ ਡਿਸਟ੍ਰਿਕਟ ਤੇ ਨਾਰਥ ਵੈਨਕੂਵਰ ਸਿਟੀ, ਇਹਨਾਂ ਦੇ ਵਿੱਚ ਰੀ-ਇਲੈਕਟ ਹੋਏ ਨੇ। ਤੇ ਜਿੱਥੇ ਨਹੀਂ ਹੋਏ ਇਨਕੰਬੈਂਟ ਰੀ-ਇਲੈਕਟ, ਉਹਦੇ ਵਿੱਚ ਲੈਂਗਲੀ ਸਿਟੀ, ਮੇਪਲ ਰਿਜ, ਵੈਸਟ ਵੈਨਕੂਵਰ, ਵਾਈਟ ਰੌਕ, ਉੱਥੇ ਰੀ-ਇਲੈਕਟ ਨਹੀਂ ਹੋ ਸਕੇ। ਅੱਛਾ, ਫਿਰ ਨਵੇਂ ਮੇਅਰ ਕਿੱਥੇ ਆਏ ਨੇ ਜਿਹੜੇ ਪਹਿਲਾਂ ਮੇਅਰ ਤੇ ਉਮੀਦਵਾਰ ਮੇਅਰ ਜਿੱਤੇ ਨਹੀਂ ਸਨ, ਪਰ ਉਹ ਐਰਕਮ ਪਹਿਲੀ ਵਾਰੀ ਤਾਜ਼ੇ ਮੇਅਰ ਕਿੱਥੇ ਨੇ? ਹਾਂ, ਆਪਾਂ ਗੱਲ ਕੀਤੀ ਐਬਟਸਫੋਰਡ ਦੀ, ਇਸ ਤੋਂ ਬਿਨਾਂ ਨਿਊ ਵੈਸਟਮਿੰਸਟਰ, ਪੋਰਟ ਮੂਡੀ, ਬੋਨ ਆਈਲੈਂਡ ਤੇ ਲੈਂਗਲੀ ਟਾਊਨਸ਼ਿਪ, ਪੋਰਟ ਮੂਡੀ, ਇਹਨਾਂ ਦੇ ਵਿੱਚ ਨਵੇਂ ਵੈਨਕੂਵਰ ਮੇਅਰ ਜਿਹੜੇ ਨੇ ਰੀ-ਇਲੈਕਟ ਹੋਏ ਨੇ। ਸਣੇ ਵੈਨਕੂਵਰ ਤੇ ਸਰੀ। ਹਾਂ, ਵੈਨਕੂਵਰ ਸਰੀ ਵੀ, ਆਫ ਕੋਰਸ ਸਰ, ਇਹਨਾਂ ਦੀ ਆਪਾਂ ਗੱਲ ਜਿਹੜੀ ਪਹਿਲਾਂ ਕਰ ਚੁੱਕੇ ਹਾਂ। ਸੋ ਇਹਨਾਂ ਸਾਰਿਆਂ ਥਾਵਾਂ ਤੇ ਰੀ-ਇਲੈਕਟ। ਵਿਕਟੋਰੀਆ ਵੀ। ਅੱਛਾ ਗਰੇਵਾਲ ਸਾਹਿਬ, ਹੁਣ ਵੋਟਰ ਟਰਨਆਊਟ ਦੀ ਜਦੋਂ ਗੱਲ ਕਰੀਦੀ ਆ ਤੇ ਬਾਰ-ਬਾਰ ਗੱਲ ਅਪੀਲ ਕਰੀਦੀ ਸੀ ਕਿ ਭਈ ਜਾ ਕੇ ਵੋਟਾਂ ਜ਼ਰੂਰ ਪਾਇਓ, ਵੋਟ ਪਾਉਣ ਜ਼ਰੂਰ ਜਾਇਓ, ਤੁਹਾਡਾ ਹੱਕ ਆ, ਤੁਹਾਡਾ ਅਧਿਕਾਰ ਹੈ। ਬਹੁਤ ਔਖਾ ਮਿਲਿਆ। ਇੱਕ ਵੇਲਾ ਸੀ ਜਦੋਂ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਹੁੰਦਾ, ਔਰਤਾਂ ਨੂੰ ਅਧਿਕਾਰ ਨਹੀਂ ਸੀ। ਫਿਰ ਇੱਕ ਵੇਲਾ ਸੀ ਜਦੋਂ ਇਮੀਗ੍ਰੈਂਟਸ ਨੂੰ ਅਧਿਕਾਰ ਨਹੀਂ ਸੀ। ਸੋ ਉਹ ਸਾਰੇ ਕੁਝ ਜਿਹੜੇ ਅਧਿਕਾਰਾਂ ਦੀਆਂ ਰੌਲੇ ਰੱਪੇ ਚੱਲਦੇ ਰਹੇ, ਜੰਗਾਂ ਚੱਲਦੀਆਂ ਰਹੀਆਂ। ਆਪਾਂ ਜੇ ਪੁਰਾਣੇ ਸਮਿਆਂ ਦੀ ਗੱਲ ਕਰੀਏ ਵੀ ਜਦੋਂ ਅਜੇ ਇਮੀਗ੍ਰੈਂਟਸ ਜਾਂ ਭਾਈਚਾਰਾ ਜਾਂ ਹੋਰ ਔਰਤਾਂ ਨੂੰ ਅਧਿਕਾਰ ਨਹੀਂ ਸੀ, ਜਦੋਂ ਆਉਣੇ ਸ਼ੁਰੂ ਹੋਏ ਸਨ, ਜਦੋਂ ਅਜੇ ਸਾਫ਼ ਅਖਬਾਰਾਂ ਦੇ ਵਿੱਚ ਖਬਰਾਂ ਹੀ ਲੱਗਦੀਆਂ ਸਨ ਕਿ ਭਈ ਉਦੋਂ ਹਿੰਦੂਜ਼ ਕਰਕੇ ਜਿਹੜਾ ਹੈ ਮੋਸਟਲੀ ਸਾਰਿਆਂ ਨੂੰ ਜਾਣਿਆ ਜਾਂਦਾ ਸੀਗਾ। ਫਿਰ ਅਖਬਾਰਾਂ ਦੀਆਂ ਕਟਿੰਗਸ ਜਦੋਂ ਪੜ੍ਹੀ ਦੀਆਂ ਨਾ ਉਸ ਵੇਲੇ ਦੇ ਵਿੱਚ, ਤੇ ਉਹ ਬਹੁਤ ਹੈਰਾਨਗੀ ਹੁੰਦੀ। ਆਪਾਂ ਨਾਲ ਦਿਖਾਉਣੀਆਂ ਵੀ ਆ, ਉਹ ਵੀ ਦੇਖਦੇ ਆਪਾਂ, ਪਰ ਉਹ ਵੇਲਾ ਕਿੱਦਾਂ ਦਾ ਸੀ? ਦੇਖੋ, ਕੈਨੇਡਾ 1867 'ਚ ਕੈਨੇਡਾ ਦਾ ਜਨਮ ਹੋਇਆ। ਆਪਾਂ 1 ਜੁਲਾਈ ਨੂੰ ਮਨਾਉਂਦੇ ਵੀ ਹਾਂ। ਬ੍ਰਿਟਿਸ਼ ਕੋਲੰਬੀਆ 20 ਜੁਲਾਈ 1871 ਨੂੰ ਸ਼ਾਮਲ ਹੋਇਆ ਕਨਫੈਡਰੇਸ਼ਨ ਦੇ ਵਿੱਚ। ਅੱਛਾ ਜੀ। ਪਹਿਲੀਆਂ ਚੋਣਾਂ ਹੋਈਆਂ 1871 ਦਸੰਬਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ 'ਚ। ਉਸ ਟਾਈਮ ਤੇ ਸਿਰਫ 3000 ਲੋਕਾਂ ਨੇ ਵੋਟ ਪਾਈ, ਕਿਉਂਕਿ ਬ੍ਰਿਟਿਸ਼ ਸਬਜੈਕਟ ਹੀ ਵੋਟ ਪਾ ਸਕਦੇ ਸੀ 21 ਸਾਲ ਤੋਂ ਉੱਪਰ ਵਾਲੇ, ਤੇ ਉਹਨਾਂ ਦੇ ਕੋਲੇ ਪ੍ਰਾਪਰਟੀ ਓਨ ਕਰਦੇ ਹੋਣੇ ਚਾਹੀਦੇ ਸੀ।
ਸੋ ਇਹ ਸਥਿਤੀ ਸੀ ਉਸ ਟਾਈਮ ਦੇ ਉੱਤੇ। ਫਿਰ ਉਸ ਤੋਂ ਬਾਅਦ ਉਸ ਟਾਈਮ ਦੇ ਉੱਤੇ ਕਈ ਵਰਗਾਂ ਨੂੰ ਜਾਂ ਲੋਕਾਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਨਹੀਂ ਸੀ ਹੁੰਦਾ। ਇੱਕ ਤਾਂ ਬ੍ਰਿਟਿਸ਼ ਸਬਜੈਕਟ ਤੋਂ ਬਿਨਾਂ ਨਹੀਂ ਸੀ ਵੋਟ ਪਾ ਸਕਦੇ, ਫਿਰ ਜੱਜਸ, ਮੈਜਿਸਟ੍ਰੇਟ, ਪੁਲਿਸ, ਟੀਚਰਸ ਉਹ ਨਹੀਂ ਸੀ ਵੋਟ ਪਾ ਸਕਦੇ। ਇਹ ਕਦੋਂ ਦੀ ਖਬਰ ਆ ਜੀ? ਇਹ ਦੇਖੋ, ਇਹ ਜਿਹੜੀ ਖਬਰ ਹੈ ਇਹਦੇ ਵਿੱਚ ਹਿੰਦੂਆਂ ਨੂੰ ਜਾਂ ਸਾਊਥ ਏਸ਼ੀਅਨਸ ਨੂੰ ਕਹਿ ਲਓ ਕਿ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਹੁੰਦਾ। ਉਸ ਟਾਈਮ ਤੇ ਅਲਾਉ ਨਹੀਂ ਸੀ ਕਰਦੇ ਕਿ ਉਹ ਵੋਟ ਪਾ ਸਕਣ। ਇੱਥੇ ਲਿਖਿਆ ਵੀ ਹਿੰਦੂਜ਼ ਨੂੰ ਮਤਲਬ ਅਰੈਸਟ, ਇੱਥੇ ਹਿੰਦੂ ਤੋਂ ਭਾਵ ਸਾਰੇ ਇੰਡੀਅਨਸ ਨੂੰ ਕੀਤਾ ਜਾਂਦਾ ਸੀ, ਇਨਕਲੂਡਿੰਗ ਸਿੱਖ। ਬਿਲਕੁਲ ਠੀਕ ਹੈ ਜੀ। ਫਿਰ ਉੱਥੇ 1906 ਦੇ ਵਿੱਚ BC ਦੇ ਵਿੱਚ ਰਾਈਟਸ ਹੋਏ ਤੇ ਉਹ ਰਾਈਟਸ ਦੇ ਵਿੱਚ ਭੰਨ ਤੋੜ ਦਿਖਾਈ ਦੇ ਰਹੀ ਹੈ ਫੋਟੋ ਦੇ ਵਿੱਚ। ਅੱਛਾ, ਹਿੰਦੂਜ਼ ਕਹਿੰਦੇ ਕਿ ਵੋਟ ਨਹੀਂ ਕਰ ਸਕਦੇ ਵੈਨਕੂਵਰ 'ਚ। ਅਪ੍ਰੈਲ 18 ਦੀ ਵਿਕਟੋਰੀਆ ਦੀ ਇਹ ਖਬਰ ਅਖਬਾਰ ਦੇ ਵਿੱਚ ਛਪੀਗਾ। ਕੀ ਇਦਾਂ ਦੀਆਂ ਖਬਰਾਂ ਆਮ ਹੁੰਦੀਆਂ ਸਨ ਉਦੋਂ ਜਿਹੜੀ ਰੇਸਿਜ਼ਮ ਕਾਫੀ ਜ਼ਿਆਦਾ ਸੀ ਤੇ ਵੋਟਾਂ ਨੂੰ ਲੈ ਕੇ, ਕਿਉਂਕਿ ਵੋਟਾਂ ਦਾ ਅਧਿਕਾਰ 1907 ਤੋਂ ਛੀਨਿਆ ਗਿਆ, ਖੋਹਿਆ ਗਿਆ ਤੇ 1947 ਦੇ ਵਿੱਚ ਮਿਲਿਆ ਵੋਟਾਂ ਦਾ ਅਧਿਕਾਰ। ਅੱਛਾ, ਖਬਰ ਦੇ ਵਿੱਚ ਲਿਖਿਆ ਸੀ ਵੀ ਕੱਲ ਇੱਕ ਬੰਦੇ ਨੇ ਬੈਲਟ 'ਚ ਵੋਟ ਪਾਈ ਤੇ ਉਹਨੂੰ ਅਰੈਸਟ ਕਰ ਲਿਆ ਗਿਆ। ਕੀ ਵੋਟ ਪਾਉਣ ਤੋਂ ਬਾਅਦ ਉਹ ਧੱਕੇ ਨਾਲ ਵੋਟ ਪਾਉਂਦੇ ਸੀ ਜਾ ਕੇ, ਜਾਂ ਫਿਰ ਉਦੋਂ ਹੱਕ ਲੈਣ ਦੀਆਂ ਗੱਲਾਂ ਖਬਰਾਂ ਚੱਲਦੀਆਂ ਸਨ ਤਾਂ ਕਰਕੇ ਇਦਾਂ ਦਾ ਕੁਝ ਜਿਹੜੇ ਰਾਈਟਸ ਵਗੈਰਾ ਹੁੰਦੇ ਸਨ? ਕੀ ਲੋਕ ਸਥਾਨਕ ਵੀ ਨਹੀਂ ਚਾਹੁੰਦੇ ਸਨ ਕਿ ਜਾਂ ਜਿਹੜੇ ਹੁਕਮਰਾਨ ਜਿਹੜੇ ਬੈਠੇ ਸਨ ਉਹ ਨਹੀਂ ਸੀ ਚਾਹੁੰਦੇ? ਦੇਖੋ, ਮੈਨੂੰ ਇਦਾਂ ਲੱਗ ਰਿਹਾ ਕਿ ਜਦੋਂ ਬ੍ਰਿਟਿਸ਼ ਕਾਮਨਵੈਲਥ ਦੀ ਗੱਲ ਕਰਦੇ ਆ ਤਾਂ ਉਸ ਟਾਈਮ ਤੇ ਭਾਰਤੀਆਂ ਕੋਲ ਵੀ ਬ੍ਰਿਟਿਸ਼ ਪਾਸਪੋਰਟ ਹੁੰਦੇ ਸੀ, ਕਿਉਂਕਿ ਜਾਂ ਕਾਮਨਵੈਲਥ ਦੇ ਸੀ ਤੇ ਇਸ ਕਰਕੇ ਉਹ ਸੋਚਦੇ ਸੀ ਕਿ ਕੈਨੇਡਾ ਵੀ ਕਾਮਨਵੈਲਥ ਕੰਟਰੀ ਹੈ, ਇੱਥੇ ਵੋਟ ਪਾਉਣ ਦਾ ਉਹਨਾਂ ਨੂੰ ਅਧਿਕਾਰ ਹੋਣਾ ਚਾਹੀਦਾ। ਵੈਸੇ ਵੀ ਜਿਹੜੇ ਸਾਊਥ ਏਸ਼ੀਅਨਸ ਜਾਂ ਪੰਜਾਬੀ ਜਾਂ ਸਿੱਖ ਵਰਲਡ ਵਾਰਾਂ 'ਚ ਬੜੀ ਉਹਨਾਂ ਨੇ ਜ਼ੋਰਦਾਰ ਭੂਮਿਕਾ ਨਿਭਾਈ ਹੈ ਤੇ ਉਹਨਾਂ ਨੂੰ ਬੜੇ ਮੈਡਲ ਵੀ ਮਿਲੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿੱਤ ਦੇ ਲਈ ਬੜੀ ਵੱਡੀ ਕੰਟਰੀਬਿਊਸ਼ਨ ਸੀ। ਸੋ ਇਸ ਕਰਕੇ ਉਹਨਾਂ ਨੂੰ ਵੋਟ ਦਾ ਹੱਕ ਉਹ ਅਸਿਊਮ ਕਰਦੇ ਸੀ ਕਿ ਉਹਨਾਂ ਕੋਲ ਵੋਟ ਦਾ ਹੱਕ ਹੈ ਤੇ ਪਰ ਉਹ 1907 'ਚ ਲੀਗਲੀ ਖੋਹਿਆ ਗਿਆ ਤੇ 1947 'ਚ ਮਿਲਿਆ। ਅੱਛਾ, ਜਦੋਂ ਖੋਹਿਆ ਗਿਆ ਜਾਂ ਜਦੋਂ ਹੱਕ ਨਹੀਂ ਸੀ ਕੋਲ ਹੈਗਾ, ਫਿਰ ਉਦੋਂ ਚਰਚਾ ਕਿਵੇਂ ਦੀ ਚੱਲਦੀ ਸੀ? ਲੋਕ ਇਕੱਠੇ ਹੋ ਕੇ ਤੇ ਬੈਠਦੇ ਹੋਣੇ ਆ ਕਿ ਬਈ ਵੋਟ ਪਾਉਣ ਜਾਈਏ ਜਾਂ ਅਸੀਂ ਇਹਦੇ ਖਿਲਾਫ, ਕਿਉਂਕਿ ਸਾਡੇ ਤੇ ਪੰਜਾਬੀਆਂ ਦੇ ਜਾਂ ਭਾਰਤੀਆਂ ਦੇ ਸੰਘਰਸ਼ ਤੇ ਖੂਨ ਦੇ ਵਿੱਚ ਹੈ ਹੀ ਆ ਨਾ, ਭਾਵੇਂ ਜਿੱਥੇ ਮਰਜ਼ੀ ਚੱਲ ਜਾਈਏ ਅਸੀਂ ਆਪਣੇ ਹੱਕਾਂ ਵਾਸਤੇ ਲੜਨਾ ਜਾਣਦੇ ਹਾਂ, ਲੜ ਕੇ ਜਿੱਤਣਾ ਵੀ ਜਾਣਦੇ ਹਾਂ, ਸੰਘਰਸ਼ ਤੋਂ ਪਿੱਛੇ ਨਹੀਂ ਹਟਦੇ। ਕਿ ਉਦੋਂ ਵੀ ਲੋਕ ਸੰਘਰਸ਼ ਵਾਸਤੇ ਇਕੱਠੇ ਹੁੰਦੇ ਸਨ ਜਾਂ ਕਿਸੇ ਢੰਗ ਤਰੀਕੇ ਨਾਲ ਜਿਹੜਾ ਆਪਣਾ ਪ੍ਰਚਾਰ ਜਾਂ ਕੁਝ ਕੀਤਾ ਜਾਂਦਾ ਸੀ? ਉਦੋਂ ਦੋ ਮੇਨ ਇਸ਼ੂ ਸੀ ਜਿਨ੍ਹਾਂ ਕਰਕੇ ਲੋਕਾਂ ਦੇ ਵਿੱਚ ਜਿਹੜੇ ਸੂਝਵਾਨ ਵਿਦਵਾਨ ਸੀ ਉਹ ਇਕੱਠ ਕਰਕੇ ਸੰਬੋਧਨ ਕਰਦੇ ਸੀ ਤੇ ਲੌਬੀ ਵੀ ਕਰਦੇ ਸੀ। ਉਸ ਟਾਈਮ ਦੇ ਉੱਤੇ ਇੱਕ ਇਸ਼ੂ ਇਹ ਸੀਗਾ ਕਿ ਵੋਟਾਂ ਦਾ ਅਧਿਕਾਰ ਤੇ ਦੂਸਰਾ ਸੀ ਇਮੀਗ੍ਰੇਸ਼ਨ, ਕਿਉਂਕਿ ਇਮੀਗ੍ਰੇਸ਼ਨ ਦੇ ਉੱਤੇ ਬੜੀਆਂ ਰਿਸਟ੍ਰਿਕਸ਼ਨਸ ਲੱਗਦੀਆਂ ਰਹੀਆਂ ਨੇ। ਜੇ ਤੁਸੀਂ ਧਿਆਨ ਦੇ ਨਾਲ ਦੇਖੋ ਕਦੇ ਵੀ ਤਾਂ 1985 ਦੇ ਵਿੱਚ ਹੈਡ ਟੈਕਸ ਲੱਗਿਆ। ਉਸ ਟਾਈਮ ਦੇ ਉੱਤੇ ਕਹਿੰਦੇ ਨੇ ਕਿ $1 ਤੋਂ ਘੱਟ ਅਮਾਊਂਟ ਦੇ ਨਾਲ ਤੁਸੀਂ ਸਾਰੀ ਬੱਗੀ ਸ਼ਾਪਿੰਗ ਕਰਕੇ ਭਰ ਕੇ ਲਿਆ ਸਕਦੇ ਸੀ। ਉਸ ਟਾਈਮ ਤੇ ਜਿਹੜਾ ਹੈਡ ਟੈਕਸ ਸੀਗਾ ਉਹ ਤਕਰੀਬਨ $100 ਤੋਂ ਵਧਾ ਕੇ 1906 ਦੇ ਵਿੱਚ $500 ਕੀਤਾ ਗਿਆ ਚਾਈਨੀਜ਼ ਕਮਿਊਨਿਟੀ ਤੇ ਸਾਊਥ ਏਸ਼ੀਅਨਸ ਦੇ ਉੱਤੇ ਵੀ ਹੈਡ ਟੈਕਸ ਸੀ $200 ਦਾ। ਉਹ ਤੇ ਮਤਲਬ $500 200 ਤੇ ਕਈ ਸਾਲਾਂ ਦੀ ਕਮਾਈ ਹੁੰਦੀ ਹੋਣੀ ਨਾ, ਬਹੁਤ ਜ਼ਿਆਦਾ। ਦੇਖ ਲਓ ਕਿੰਨਾ ਟਾਈਮ ਲੱਗੂ ਉਹਨੇ ਪੈਸੇ ਸੇਵ ਕਰਨ ਦੇ ਲਈ। ਇਟ ਵਾਜ਼ ਹਿਊਜ ਅਮਾਊਂਟ ਉਹਨਾਂ ਦਿਨਾਂ ਦੇ ਵਿੱਚ। ਤੇ ਜਦੋਂ ਆਪਾਂ ਦੇਖਦੇ ਹਾਂ ਕਿ ਅਜਿਹੀਆਂ ਸਥਿਤੀਆਂ ਸੀਗੀਆਂ, ਇਹਦੇ ਨਾਲ 1904 ਦੇ ਵਿੱਚ ਜੇ ਦੇਖੀਏ ਤਾਂ ਸਾਊਥ ਏਸ਼ੀਅਨਸ ਦੀ ਸਾਰੇ ਕੈਨੇਡਾ 'ਚ ਗਿਣਤੀ ਕਿੰਨੀ ਸੀ? ਸਿਰਫ 45। 1906 ਦੇ ਵਿੱਚ 1923 ਦੇ ਵਿੱਚ ਸਿਰਫ 102। ਕਿਉਂਕਿ ਜਦੋਂ ਕਾਮਾਗਾਟਾ ਮਾਰੂ ਵੇਲੇ ਆਏ ਨੇ ਉਸ ਤੋਂ ਬਾਅਦ ਜਾਂ ਆਉਣੇ ਸ਼ੁਰੂ ਹੋਏ ਨੇ, ਫਿਰ ਉਹ ਵਾਪਸ ਜਾਣੇ ਸ਼ੁਰੂ ਹੋ ਗਏ ਜਦੋਂ ਰਾਈਟਸ ਹੋਏ ਨੇ 1906 ਦੇ ਵਿੱਚ। ਤੇ ਉਸ ਤੋਂ ਬਿਨਾਂ 1908 ਦੇ ਵਿੱਚ ਇੱਕ ਐਕਟ ਬਣਾਇਆ ਗਿਆ ਪਾਰਲੀਮੈਂਟ ਦੇ ਵਿੱਚ ਜਿਹਦੇ 'ਚ ਇਮੀਗ੍ਰੇਸ਼ਨ ਰਿਸਟ੍ਰਿਕਟ ਕੀਤੀ ਗਈ। ਤੇ ਮੇਰੇ ਖਿਆਲ ਉਸ ਐਕਟ ਦੀ ਤਸਵੀਰ ਵੀ ਹੋਏਗੀ, ਆਪਾਂ ਸਾਡੇ ਕੋਲੇ ਹੈ, ਦੀ ਕੋਸ਼ਿਸ਼ ਕਰਦੇ ਹਾਂ। ਮੀਟਿੰਗ ਹੋ ਰਹੀ ਹੈ ਜਦੋਂ ਸੰਬੋਧਨ ਕਰਕੇ ਲੌਬੀ ਕਰਨ ਦੀ ਤਿਆਰੀ ਕਰ ਰਹੇ ਸੀ। ਸੋ ਇਹ ਉਦੋਂ ਦਾ ਮਤਲਬ ਪ੍ਰਚਾਰ ਦਾ ਢੰਗ ਕਿਸ ਢੰਗ ਤਰੀਕੇ ਨਾਲ ਬੈਠਦੀ। ਇਹ ਸੀ ਉਸ ਐਕਟ ਦੀ ਫੋਟੋ ਜੋ 10 ਅਪ੍ਰੈਲ 1908 ਨੂੰ ਬਣਿਆ, ਐਨ ਐਕਟ ਟੂ ਅਮੈਂਡ ਦਾ ਇਮੀਗ੍ਰੇਸ਼ਨ ਐਕਟ। ਇਹਦੇ ਵਿੱਚ ਕੀ ਸੀਗਾ ਜੀ? ਇਹਦੇ ਵਿੱਚ ਇਹ ਸੀਗਾ, ਕੋਟਾ ਸਿਸਟਮ ਦਾ ਬਾਅਦ ਚ ਆਇਆ ਵੈਸੇ, ਇਹਦੇ ਵਿੱਚ ਇਮੀਗ੍ਰੇਸ਼ਨ ਰੋਕੀ ਗਈ। ਤੇ ਜਿਹੜਾ ਕੋਟਾ ਸਿਸਟਮ 1951 ਦੇ ਵਿੱਚ ਆਇਆ ਉਹਦੇ ਚ ਸਿਰਫ ਭਾਰਤ ਤੋਂ 150, ਪਾਕਿਸਤਾਨ ਤੋਂ 100 ਤੇ ਸ੍ਰੀਲੰਕਾ ਤੋਂ 50 ਵਿਅਕਤੀ ਅਲਾਉਡ ਸੀ। ਤੇ 1910 ਦੇ ਵਿੱਚ ਫਰਦਰ ਅਮੈਂਡਮੈਂਟ ਕੀਤੀ ਗਈ ਐਕਟ ਦੇ ਵਿੱਚ। ਇਸ ਐਕਟ ਦੇ ਵਿੱਚ ਜਿਹੜਾ ਆਪਾਂ ਦੇਖ ਰਹੇ ਹਾਂ ਫੋਟੋ 1908 ਵਾਲੇ ਚ, ਹਾਂਜੀ 1910 ਦੇ ਵਿੱਚ ਅਮੈਂਡਮੈਂਟ ਕੀਤੀ ਗਈ ਕਿ ਕੰਟੀਨਿਊਸ ਜਰਨੀ ਹੋਣੀ ਚਾਹੀਦੀ ਹੈ। ਜੇ ਤੁਸੀਂ ਭਾਰਤ ਤੋਂ ਆਉਣਾ ਤਾਂ ਤੁਸੀਂ ਰਸਤੇ 'ਚ ਰੁਕ ਕੇ ਨਹੀਂ ਆ ਸਕਦੇ। ਠੀਕ ਹੈ ਜੀ। ਤੇ ਉਸ ਟਾਈਮ ਦੇ ਉੱਤੇ ਮੇਵਾ ਸਿੰਘ ਹੋਣਾ ਨੇ ਇੱਕ ਜਿਹੜਾ ਇਮੀਗ੍ਰੇਸ਼ਨ ਦੇ ਖਿਲਾਫ ਰੇਸਿਸਟ ਆਫੀਸਰ ਸੀ ਉਹਦੀ ਹੱਤਿਆ ਕੀਤੀ ਤੇ ਬਾਅਦ ਚ ਉਹਨਾਂ ਨੂੰ ਫਾਂਸੀ ਲਾਈ ਗਈ। ਇਹ 1915 ਦੀ ਆ ਇਹ ਵਾਲੀ ਜਿਹੜੀ, ਇਹ ਉਸ ਵੇਲੇ ਦੀ।
ਠੀਕ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਕਿੱਦਾਂ ਆਪਸ ਦੇ ਵਿੱਚ ਜੁੜਦੀਆਂ ਨੇ ਨਾ, ਕਿਸ ਢੰਗ ਤਰੀਕੇ ਨਾਲ ਪਹਿਲਾਂ ਲਾਓ ਨਹੀਂ ਕੀਤਾ ਜਾਂਦਾ, ਖਬਰਾਂ ਲੱਗਦੀਆਂ ਨੇ, ਉਸ ਤੋਂ ਬਾਅਦ ਇਕੱਠਿਆਂ ਹੋ ਕੇ ਕਮੇਟੀ ਬਣਦੀ ਹੈ, ਪ੍ਰਚਾਰ ਕੀਤਾ ਜਾਂਦਾ, ਆਪਣੇ ਸਿੱਖ ਆਗੂ ਵੀ ਤੇ ਨਾਲ ਹੋਰ ਆਗੂ, ਭਾਰਤੀ ਆਗੂ ਈਵਨ ਉਹ ਆਟਵਾ ਵੀ ਗਏ ਲੌਬੀ ਕਰਨ ਦੇ ਲਈ। ਅੱਛਾ, ਇਹ ਲੌਬੀ ਕਰਨ ਆਟਵਾ ਵੀ ਉਹਨਾਂ ਵੇਲਿਆਂ ਦੇ ਵਿੱਚ ਕਿੰਨੀ, ਜਦੋਂ ਪੈਸੇ ਦੀ ਕਮੀ ਸੀ, ਸਾਧਨਾਂ ਦੀ ਕਮੀ ਸੀ, ਤੇ ਅੱਜ ਅਸੀਂ ਘਰੋਂ ਉੱਠ ਕੇ ਵੋਟ ਪਾਉਣ ਹੀ ਨਹੀਂ ਜਾਂਦੇ। ਦੇਖ ਲਓ, ਅਸੀਂ 4 ਬਲਾਕ ਦੂਰ ਹੁੰਦਾ, ਗੱਡੀ ਸਾਡੇ ਕੋਲ ਆ, ਕੋਈ ਸਾਨੂੰ ਪੈਸੇ ਦੀ ਤੰਗੀ ਨਹੀਂ, ਕੋਈ ਕਿਸੇ ਗੱਲ ਦੀ ਤੰਗੀ ਨਹੀਂ, ਤੇ ਅਸੀਂ ਵੋਟ ਪਾਉਣ ਦਾ ਹੱਕ ਹੀ ਨਹੀਂ ਵਰਤਦੇ। ਇੱਥੇ ਤੱਕ ਕਾਲੋ ਸਾਹਿਬ ਕਿ ਜਿਹੜੇ ਹੁਣ ਨਵੇਂ ਲੋਕ ਆਏ ਨੇ ਜਿਨ੍ਹਾਂ ਨੇ ਡਿਗ ਆਊਟ ਨਹੀਂ ਕੀਤਾ, ਰਿਸਰਚ ਨਹੀਂ ਕੀਤੀ, ਜਾਂ ਉਹਨਾਂ ਕੋਲ ਇਨਫੋਰਮੇਸ਼ਨ ਨਹੀਂ, ਜਾਂ ਉਹਨਾਂ ਨੂੰ ਇਨਫੋਰਮੇਸ਼ਨ ਮੁਹੱਈਆ ਨਹੀਂ ਕੀਤੀ ਗਈ, ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਵੋਟ ਦਾ ਹੱਕ ਕਿੱਦਾਂ ਮਿਲਿਆ, ਕਿੰਨੀ ਕੁ ਸਟਰਗਲ ਕਰਨੀ ਪਈ। ਹੁਣ ਆਉਂਦੇ ਨੇ ਲੋਕ ਇਮੀਗ੍ਰੇਸ਼ਨ ਲੈ ਕੇ ਤੇ ਜੌਬਾਂ ਵੀ ਕਰਦੇ ਨੇ, ਇੱਥੇ ਵਧੀਆ ਐਸਟੈਬਲਿਸ਼ ਵੀ ਹੁੰਦੇ ਨੇ, ਫੋਰਨ ਕ੍ਰੈਡੈਂਸ਼ੀਅਲ ਹੁਣ ਰੈਕੋਗਨਾਈਜ਼ ਹੋਣ ਲੱਗੇ। ਮੈਂ ਵੈਸੇ ਮੋਸ਼ਨ ਰੱਖਿਆ ਸੀ ਉਹ ਪਹਿਲੀ ਵਾਰੀ, ਤੇ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਲਾਈਫ ਕਿੰਨੀ ਈਜ਼ੀ ਹੋ ਗਈ, ਕਿੰਨਾ ਅਸੀਂ ਇੱਕ ਇੰਟੈਗਰਲ ਪਾਰਟ ਬਣ ਗਏ ਕੈਨੇਡਾ ਦੀ ਸਾਰੀ ਸੁਸਾਇਟੀ ਦਾ। ਪਰ ਇਹ ਚੀਜ਼ਾਂ ਜਦੋਂ ਅਸੀਂ ਇਤਿਹਾਸ ਦੇ ਉੱਤੇ ਝਾਤੀ ਮਾਰਦੇ ਹਾਂ ਤਾਂ ਹੀ ਅੱਜ ਆਪਾਂ ਇਸ ਸੈਗਮੈਂਟ ਦੇ ਵਿੱਚ ਪਿੱਛੇ ਜਾ ਕੇ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਕੁਝ ਰਫ ਆਈਡੀਆ ਦੇ ਰਹੇ ਹਾਂ ਕਿ ਇਤਿਹਾਸ ਦੇ ਵਿੱਚ ਦੇਖੀਏ, ਝਾਤੀ ਮਾਰੀ ਤਾਂ ਕਿੱਦਾਂ ਦੀਆਂ ਚੀਜ਼ਾਂ ਨੇ। ਬਿਲਕੁਲ ਠੀਕ। ਅੱਜ ਅਸੀਂ ਜਿੱਥੇ ਤਾਜ਼ੇ ਮਿਊਨਿਸਪੈਲਿਟੀ ਦੇ ਰਿਜ਼ਲਟਸ ਦੀ ਗੱਲ ਕਰਦੇ ਵੀ ਨਾਲ ਦੀ ਨਾਲ ਥੋੜਾ ਜਿਹਾ ਅਸੀਂ ਪਿੱਠ ਭੂਮੀ ਵੱਲ ਵੀ ਝਾਤੀ ਮਾਰਦੇ ਵੀ ਬਈ ਵੋਟ ਪਾਉਣ ਦਾ ਅਧਿਕਾਰ ਜਦੋਂ ਤੱਕ ਮਿਲਿਆ ਉਸ ਢੰਗ ਤਰੀਕੇ ਨਾਲ ਕੀ ਪੁਰਾਣੇ ਦਸਤਾਵੇਜ਼, ਕੁਝ ਪੁਰਾਣੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਪਹਿਲਾਂ ਵੀ ਦਿਖਾਈਆਂ ਤੇ ਹੋਰ ਵੀ ਕੁਝ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਗਰੇਵਾਲ ਸਾਹਿਬ, ਇਹ ਤੇ ਆਪਾਂ ਜਦੋਂ ਵੋਟ ਨਹੀਂ ਪਾਉਣ ਦਿੱਤੀ ਜਾਂਦੀ ਸੀ, ਮਤਲਬ ਨੈਗੇਟਿਵ ਪ੍ਰਚਾਰ ਦਿਖਾਇਆ ਨਾਲ, ਫਿਰ ਰਾਈਟਸ ਵੀ ਹੋਈਆਂ, ਫਿਰ ਉਸ ਤੋਂ ਬਾਅਦ ਜਿਹੜਾ ਆ ਲੌਬੀ ਕਰਨੀ ਸ਼ੁਰੂ ਕੀਤੀ ਆਪਣੇ ਬੰਦਿਆਂ ਨੇ, ਫਿਰ ਐਕਟ ਆਇਆ, ਅਮੈਂਡਮੈਂਟਸ ਐਕਟ ਦੇ ਵਿੱਚ ਕਰਾਈਆਂ। ਉਹ ਕਿੱਡਾ ਲੰਬਾ ਚੌੜਾ ਪ੍ਰੋਸੈਸ ਹੋਣਾ ਆ, ਆਪਾਂ ਉਹ ਫੀਲ ਨਹੀਂ ਕਰ ਸਕਦੇ ਵੀ ਕਿੰਨੇ ਸਾਲਾਂ ਦੀ ਕਿਸੇ ਦੀ ਤਪੱਸਿਆ ਹੋਊਗੀ ਕਈ ਲੋਕਾਂ ਦੀ। ਫਿਰ ਉਸ ਤੋਂ ਬਾਅਦ ਦਾ ਕੀ ਮਾਹੌਲ ਸੀਗਾ, ਉਸ ਤੋਂ ਬਾਅਦ ਗੱਲ ਕਿੱਧਰ ਨੂੰ ਤੁਰੀ? ਉਸ ਤੋਂ ਬਾਅਦ ਇਹ ਹੋਇਆ ਕਿ ਜੇ ਅਸੀਂ ਦੇਖਦੇ ਹਾਂ ਕਿ ਇੱਥੇ ਕਿਸ ਤਰੀਕੇ ਦੇ ਨਾਲ ਲੋਕ ਆਏ, ਫਿਰ ਆ ਕੇ ਉਹਨਾਂ ਨੂੰ ਕਿਸ ਤਰੀਕੇ ਦਾ ਟ੍ਰੀਟਮੈਂਟ ਦਿੱਤਾ ਗਿਆ, ਤੇ ਉਸ ਤੋਂ ਬਾਅਦ ਉਹ ਸਟਰਗਲ ਕਰਦੇ ਕਰਦੇ ਇੱਥੇ ਫਿਰ ਫੈਮਲੀਆਂ ਦੇ ਨਾਲ ਇਕੱਠੇ ਹੋਏ, ਉਹਨਾਂ ਦੇ ਵਿੱਚੋਂ ਫਿਰ ਬੱਚੇ ਪੈਦਾ ਹੋਏ, ਉਹਨਾਂ ਦੇ ਜਿਨ੍ਹਾਂ ਦੇ ਪਹਿਲੇ ਬੱਚੇ ਦੀ ਆਪਾਂ ਫੋਟੋ ਦਿਖਾਵਾਂਗੇ ਜਿਹੜੇ ਪੈਦਾ ਹੋਏ ਨੇ। ਬਿਲਕੁਲ, ਆਹ ਕੁਝ ਤਸਵੀਰਾਂ ਨੇ ਪਹਿਲਾਂ ਫੈਮਲੀ ਦੇ ਵਿੱਚ ਜਿਹੜੇ ਇੱਥੇ ਬੱਚਾ ਪੈਦਾ ਹੋਇਆ, ਪਹਿਲਾਂ ਆਪਣੇ ਪਿਤਾ ਜੀ ਦੀ ਬੁੱਕਲ ਦੇ ਵਿੱਚ ਬੱਚਾ ਬੈਠਾ। ਇਹ ਇੱਕ ਵਿਅਕਤੀ ਨੇ, ਇਹਨਾਂ ਦਾ ਨਾਮ ਸਰਦਾਰ ਹਰਦਿਆਲ ਸਿੰਘ ਅਟਵਾਲ। ਅੱਛਾ ਜੀ। ਇਹ ਹਰਦਿਆਲ ਸਿੰਘ ਅਟਵਾਲ 28 ਅਗਸਤ 1912 ਚ ਕੈਨੇਡਾ ਚ ਪਹਿਲੇ ਵਿਅਕਤੀ ਜਿਹੜੇ ਸਾਊਥ ਏਸ਼ੀਅਨ ਓਰੀਜਨ ਦੇ ਨੇ ਉਹ ਪੈਦਾ ਹੋਏ ਨੇ। ਅੱਛਾ ਜੀ। ਮੈਨੂੰ ਮੌਕਾ ਮਿਲਿਆ ਉਹਨਾਂ ਨੂੰ ਮਿਲਣ ਦਾ, ਤੇ ਉਦੋਂ ਬਜ਼ੁਰਗ ਸੀਗੇ ਤੇ ਵੈਸੇ ਕੁਝ ਦੇਰ ਪਹਿਲਾਂ ਉਹਨਾਂ ਦੀ ਡੈਥ ਹੋਈ ਹੈ। ਅੱਛਾ ਜੀ। ਤੇ ਇਹ ਇੱਕ ਫੈਮਿਲੀ ਹੈ ਜਿਹੜੀ ਧਾਲੀਵਾਲ ਫੈਮਿਲੀ ਹੈ ਐਬਟਸਫੋਰਡ ਦੇ ਵਿੱਚ। ਜਦੋਂ ਫੈਮਿਲੀਜ਼ ਨੂੰ ਲਿਆਉਣਾ ਕੈਨੇਡਾ ਦੇ ਵਿੱਚ ਅਲਾਉ ਕੀਤਾ ਗਿਆ ਤਾਂ ਉਸ ਟਾਈਮ ਤੋਂ ਬਾਅਦ ਪਹਿਲੀ ਫੈਮਿਲੀ ਆਈ। ਅੱਛਾ, ਐਬਟਸਫੋਰਡ ਦੇ ਵਿੱਚ ਧਾਲੀਵਾਲ ਫੈਮਿਲੀ। ਹਾਂਜੀ, ਧਾਲੀਵਾਲ ਫੈਮਿਲੀ ਸੀਗੀ। ਇਹ ਤੇ ਆ ਗਏ ਜਿਹੜੇ ਪਹਿਲੇ ਬੱਚੇ ਇੱਥੇ ਬੋਰਨ ਹੋਏ, ਇਹ ਜਿਹੜੇ ਹਰਦਿਆਲ ਸਿੰਘ ਹੁਣਾਂ ਜਿਹੜੀ ਵਿੱਚ ਜਿਹੜੇ ਸੈਂਟਰ ਵਾਲੇ ਨੇ, ਜਿਹੜੇ ਹਰਦਿਆਲ ਸਿੰਘ ਅਟਵਾਲ। ਜਿਹੜੀ ਅਗਲੀ ਤਸਵੀਰ ਬੱਚਿਆਂ ਦੀ ਆ, ਇਹ ਉਸ ਵੇਲੇ ਦੇ ਸਕੂਲ ਨੂੰ ਜਾਂਦੇ ਬੱਚੇ? ਹਾਂਜੀ, ਇਹ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਜੀ, ਕਿਉਂਕਿ ਇੱਥੋਂ ਦੇ ਪਬਲਿਕ ਸਕੂਲਾਂ ਦੇ ਵਿੱਚ ਫਿਰ ਜਦੋਂ ਬੱਚੇ ਫੈਮਲੀਆਂ ਦੇ ਨਾਲ ਆਏ, ਸਾਰੇ ਭਾਈਚਾਰੇ ਦੇ ਬੱਚੇ ਨੇ ਸਾਰੇ ਵੀ, ਜਾਂ ਮੇਰੇ ਖਿਆਲ ਵਿੱਚ ਨਾਲ ਹੋਰ ਕੁਝ ਮਿਕਸ ਵੀ ਨੇ। ਇਹ ਪਹਿਲੀ ਔਰਤ ਨੇ ਜਿਹੜੇ ਕੈਨੇਡਾ ਦੇ ਵਿੱਚ ਗ੍ਰੈਜੂਏਟ ਹੋਏ ਨੇ ਪਹਿਲੇ ਸਕੂਲ ਤੋਂ 1950 ਦੇ ਵਿੱਚ। ਇਹਨਾਂ ਦਾ ਨਾਮ ਨਸੀਬ ਕੌਰ ਪੁਰੀ। ਓਕੇ। ਇਹ ਪਹਿਲੇ ਸਕੂਲ ਚੋਂ ਗ੍ਰੈਜੂਏਟ ਹੋਏ ਸੀ। ਇਹ ਧਾਲੀਵਾਲ ਫੈਮਿਲੀ ਆ ਗਈ। ਤੁਸੀਂ ਦੇਖੋ ਉਸ ਵੇਲੇ ਦੇ ਜਦੋਂ ਪਰਿਵਾਰ, ਅੱਜ ਅਸੀਂ ਆਮ ਗੱਲਾਂ ਕਰਦੇ ਹਾਂ ਕਿ ਫੈਮਿਲੀ ਬੇਸ ਦੇ ਉੱਤੇ ਫੈਮਿਲੀ ਰੀਯੂਨੀਅਨ ਹੋਣੀ ਚਾਹੀਦੀ ਆ, ਫੈਮਿਲੀ ਬੇਸ ਤੇ ਪਰਿਵਾਰ ਅਸੀਂ ਇਕੱਠੇ ਆਏ ਸੀ। ਇਹ ਸਨ ਜਿਨ੍ਹਾਂ ਨੇ ਦਰਵਾਜ਼ੇ ਖੋਲੇ ਉਦੋਂ, ਜਿਨ੍ਹਾਂ ਨੇ ਉਦੋਂ ਐਂਟਰੀ ਕਰਾਈ, ਜਿਨ੍ਹਾਂ ਨੇ ਉਦੋਂ ਵਾਕਈ ਉਸ ਚੀਜ਼ ਨੂੰ ਮੁਮਕਿਨ ਕੀਤਾ ਜੋ ਸਾਡੇ ਲਈ ਸੌਖਿਆਂ ਬਣਾਇਆ। ਟੱਬਰ ਸਮੇਤ ਆ ਕੇ ਅੱਜ ਟੱਬਰ ਨੇ ਆਉਣਾ ਹੋਏ ਨਾ ਗਰੇਵਾਲ ਸਾਹਿਬ, 4 ਜੀਆਂ ਨੇ ਰਹਿਣਾ ਹੋਏ ਤੇ ਕਿੱਡੀ ਵੱਡੀ ਵਿਪਤਾ ਬਣੀ ਹੁੰਦੀ ਹੈ ਵੀ ਫਿਰ ਰਹਿਣਾ ਕਿੱਥੇ ਆ, ਕਿੱਦਾਂ ਰਵਾਂਗੇ, ਕਿੱਥੇ ਕੰਮ ਕਰਾਂਗੇ, ਬੱਚੇ ਦਾ ਕਿੱਦਾਂ ਸਰੂਗਾ, ਕਿੱਥੋਂ ਜਾ ਕੇ ਕਿਹੜੀਆਂ ਚੀਜ਼ਾਂ ਲਿਆਉਣੀਆਂ। ਜਦੋਂ ਰੇਸਿਜ਼ਮ ਕੀਤਾ ਜਾਂਦਾ ਸੀ ਦੁਕਾਨਾਂ ਦੇ ਵਿੱਚ, ਮੈਡੀਕਲ ਸ਼ਾਪਾਂ ਤੇ, ਹਸਪਤਾਲਾਂ ਦੇ ਵਿੱਚ ਕਿਸ ਢੰਗ ਤਰੀਕੇ ਦਾ ਵਿਵਹਾਰ ਹੁੰਦਾ ਹੋਊਗਾ, ਇਹਨਾਂ ਨੂੰ ਜਦੋਂ ਕੋਈ ਤੰਗੀ ਆਉਂਦੀ ਹੋਏਗੀ, ਜਦੋਂ ਕੰਪਲੇਂਟ ਲਿਖਾਉਣ ਜਾਂਦੇ ਹੋਣਗੇ ਉਦੋਂ ਦਫ਼ਤਰ ਦੇ ਵਿੱਚ ਕਿੱਦਾਂ ਦਾ ਵਿਵਹਾਰ ਇਹਨਾਂ ਨਾਲ ਕੀਤਾ ਜਾਂਦਾ ਹੋਊ। ਬਿਲਕੁਲ, ਉੱਥੇ ਕਈ ਵਾਰੀ ਸਟੋਰਾਂ ਦੇ ਉੱਤੇ ਜਾਂ ਪੱਬਾਂ ਦੇ ਉੱਤੇ ਲਿਖ ਕੇ ਲਾਇਆ ਹੁੰਦਾ ਸੀ ਕਿ ਭਾਰਤੀ ਤੇ ਕੁੱਤੇ ਇੰਡੀਅਨ ਅਲਾਉਡ ਨਹੀਂ ਗੇ। ਹਾਂ, ਸੋ ਇਦਾਂ ਦੀਆਂ ਵੀ ਘਟਨਾਵਾਂ ਹੋਈਆਂ ਨੇ। ਬਿਲਕੁਲ ਠੀਕ। ਤੇ ਵੈਸੇ ਜੇ ਦੇਖਿਆ ਜਾਵੇ ਤਾਂ ਉਸ ਟਾਈਮ ਦੇ ਉੱਤੇ ਬੜੀ ਰੇਸਿਜ਼ਮ ਦੀ ਜਿਹੜੀ ਟੋਨ ਸੀ, ਰੇਸਿਜ਼ਮ ਬੜੀ ਐਵੀਡੈਂਟ ਸੀ। ਮੈਂ ਰਿਸਰਚ ਕਰਕੇ ਕੁਝ ਹੋਰ ਅਖਬਾਰ ਕੱਢੇ ਕਾਮਾਗਾਟਾ ਮਾਰੂ ਨਾਲ ਰਿਲੇਟਡ, ਕਿ ਉਹਨਾਂ ਦੇ ਵਿੱਚ ਲਿਖਿਆ ਹੁੰਦਾ ਸੀਗਾ ਕਿ ਜਦੋਂ ਸ਼ਿਪ 'ਚ ਆਏ ਨੇ ਤਾਂ ਅਖਬਾਰਾਂ 'ਚ ਹੈਡਲਾਈਨਾਂ ਸੀ ਵੈਨਕੂਵਰ ਸਨ ਤੇ ਪ੍ਰੋਵਿੰਸ ਦੇ ਵਿੱਚ ਉਹਨਾਂ ਦੀ ਕਲਿੱਪਿੰਗਸ ਨੇ ਕਿ ਸ਼ਿਪ ਦੇ ਵਿੱਚ ਜਦੋਂ ਕਾਮਾਗਾਟਾ ਮਾਰੂ ਵਾਲੇ ਪੈਸੰਜਰ ਰੁਕੇ ਹੋਏ ਸੀ ਤਾਂ ਅਖਬਾਰ 'ਚ ਲਿਖਿਆ ਗਿਆ ਕਿ ਇਹ ਕਾਫੀ ਰੰਗੀ
ਚਮੜੀ ਦੇ ਲੋਕ, ਅੱਛਾ, ਤੇ ਇਹਨਾਂ ਦੇ ਦਿਲ ਵੀ ਕਾਲੇ ਜਾਂ ਬਰਾਊਨ ਨੇ, ਅੱਛਾ, ਇਦਾਂ ਦੀਆਂ ਘਟਨਾਵਾਂ, ਪਰਸਨਲ ਅਟੈਕ। ਫਿਰ ਲਿਖਿਆ ਕਿ ਇੱਕ ਵਿਅਕਤੀ ਖੜਾ ਇਦਾਂ ਖਾਜ ਕਰ ਰਿਹਾ ਸੀ ਜਿਵੇਂ ਜੂਆਂ ਪਈਆਂ ਹੋਣ। ਅੱਛਾ। ਤੇ ਫਿਰ ਲਿਖਿਆ ਸੀਗਾ ਕਿ ਇਹ ਲੋਕ ਇਦਾਂ ਦੇ ਲੱਗ ਰਹੇ ਨੇ ਜਿਵੇਂ ਸਰਕਸ ਵਾਲੇ ਐਨੀਮਲਸ ਹੋਣ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਾਂ ਇਸ ਤਰ੍ਹਾਂ ਦੀਆਂ ਹੈਡਲਾਈਨਸ ਅਖਬਾਰਾਂ ਦੇ ਵਿੱਚ ਛਪਦੀਆਂ ਸੀ। ਮਤਲਬ ਬਾਕੀ ਉਹ ਵੇਲਾ ਯਾਦ ਕਰਕੇ ਤੁਹਾਡੇ ਲੂਈ ਕੰਡੇ ਖੜੇ ਹੋ ਜਾਂਦੇ ਕਈ ਵਾਰੀ, ਜਦੋਂ ਕਹਾਣੀਆਂ ਬਜ਼ੁਰਗਾਂ ਕੋਲ ਸੁਣੀ ਦੀਆਂ ਪਹਿਲੀਆਂ ਵੇਲਿਆਂ ਦੀਆਂ, ਵੀ ਘਰੋਂ ਨਿਕਲਦਿਆਂ ਕਈ ਵਾਰੀ ਡਰ ਲੱਗਦਾ ਸੀ, ਕੰਮ ਦੇ ਉੱਤੋਂ ਤੁਹਾਨੂੰ ਬਿਨਾਂ ਕਿਸੇ ਕਾਰਨ ਕੱਢਿਆ ਜਾਣਾ, ਤੁਹਾਡੇ ਸਿਰਫ ਚਮੜੀ ਦੇ ਰੰਗ ਕਰਕੇ ਤੁਹਾਨੂੰ ਕੰਮ ਨਾ ਮਿਲਣਾ, ਜੇ ਮਿਲ ਜਾਣਾ ਤਾਂ ਫਿਰ ਕੰਮ ਦੇ ਵਿੱਚ ਰੋਜ਼ ਵਿਵਹਾਰ ਕਿੱਦਾਂ ਦਾ, ਸਵੇਰੇ ਜਾ ਕੇ ਅਸੀਂ ਆਮ ਹੁਣ ਹੱਸ ਕੇ ਕੰਮ ਕਰੀਦਾ, ਸਾਰਾ ਦਿਨ ਆਰਾਮ ਨਾਲ ਘਰੇ ਜਾ ਕੇ ਸੌਂ ਜੀਦਾ, ਪਰਿਵਾਰ ਨਾਲ ਖੇਡੀ ਦਾ, ਮੱਲੀ ਦਾ, ਕੋਈ ਗੱਲ ਨਹੀਂ। ਉਹ ਲੋਕ ਜਿਨ੍ਹਾਂ ਨੇ ਘਰੋਂ ਕੰਮ ਤੇ ਕੰਮ ਤੋਂ ਘਰ ਕਈ ਦਹਾਕੇ ਇਦਾਂ ਕੱਢਤੇ, ਜਿਸ ਤੋਂ ਬਾਅਦ ਵਾਕਈ 'ਚ ਇਹਨਾਂ ਦੀ ਮਿਹਨਤ ਸਾਹਮਣੇ ਆਈ, ਜਦੋਂ ਵੱਡਿਆਂ ਮਾਲਕਾਂ ਦੇ, ਵੱਡਿਆਂ ਲੋਕਾਂ ਦੇ, ਵੀ ਇਹ ਤੇ ਲੋਕ ਮਿਹਨਤੀ ਨੇ ਬਈ। ਉਹ ਚੰਦ ਲੋਕਾਂ ਨੇ, ਚੰਦ ਸੈਂਕੜੇ ਲੋਕ ਸੀ ਜਿਨ੍ਹਾਂ ਨੇ ਰਾਹ ਖੋਲੇ ਸਾਰੇ ਉਹ ਮਿਹਨਤਾਂ ਦੇ, ਵੀ ਉਹ ਇੰਨਾ ਕੰਮ ਕਰਕੇ ਦੱਸਿਆ, ਆਪਣਾ ਲੋਹਾ ਮਨਵਾਇਆ, ਆਪਣੀ ਹੋਂਦ ਬਾਰੇ ਉਹਨਾਂ ਨੂੰ ਅਹਿਸਾਸ ਕਰਾਇਆ ਵੀ ਅਸੀਂ ਆ, ਅਸੀਂ ਮਿਹਨਤੀ ਆ, ਅਸੀਂ ਕੰਮ ਕਰਨਾ ਜਾਣਦੇ, ਤੇ ਅੱਜ ਸਾਨੂੰ ਫਿਰ ਕੰਮ ਕਰ ਈਜ਼ਲੀ ਮਿਲ ਜਾਂਦਾ। ਮੈਂ ਇੱਥੇ ਇੱਕ ਹੋਰ ਚੀਜ਼ ਮੈਂਸ਼ਨ ਕਰਦਾ ਜਿਹੜੀ ਹਿਸਟੋਰੀਕਲੀ ਬੜੀ ਇੰਪੋਰਟੈਂਟ ਹੈ। ਪਲੀਜ਼। ਉਹ ਇਹ ਹੈ ਕਿ ਕਾਮਾਗਾਟਾ ਮਾਰੂ ਦਾ ਪ੍ਰੋਫਾਈਲ ਇੰਨਾ ਕੁ ਹਾਈ ਹੋ ਗਿਆ, ਆਮ ਲੋਕਾਂ ਨੂੰ ਕਾਮਾਗਾਟਾ ਮਾਰੂ ਬਾਰੇ ਹੁਣ ਪਤਾ ਲੱਗ ਗਿਆ ਜੀ। 1988 ਦੇ ਵਿੱਚ ਪਾਰਲੀਮੈਂਟ 'ਚ ਡਿਬੇਟ ਹੋਈ ਕੁਝ ਮਾਫੀਆਂ ਮੰਗਣ ਲਈ ਜੈਪਨੀਜ਼ ਤੋਂ, ਤਾਂ ਗਵਰਨਮੈਂਟਾਂ ਰਜਿਸਟ ਕਰਦੀਆਂ ਸੀ, ਪ੍ਰਾਈਮ ਮਿਨਿਸਟਰ ਖੜੇ ਹੋ ਕੇ, ਈਵਨ ਪੀਅਰ ਐਲੀਅਟ ਟਰੂਡੋ ਤੇ ਪ੍ਰਾਈਮ ਮਿਨਿਸਟਰ ਮਰੂਨੀ ਡਿਬੇਟ ਦੇ ਵਿੱਚ ਮਾਫੀ ਮੰਗਣ ਤੋਂ ਇਨਕਾਰ ਕਰਦੇ ਸੀ। ਫਿਰ ਇਸ ਤੋਂ ਬਿਨਾਂ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀ 75ਵੀਂ ਵਰ੍ਹੇਗੰਢ ਸੀ 1990 ਵਿੱਚ ਬਣਾਈ ਗਈ ਕਾਮਾਗਾਟਾ ਮਾਰੂ ਦੀ, ਇੱਕ ਪਲੈਕ ਲਾਇਆ ਗਿਆ ਕਾਮਾਗਾਟਾ ਮਾਰੂ ਦਾ ਵੈਨਕੂਵਰ ਦੇ ਵਿੱਚ। ਤੇ ਜਦੋਂ ਮੈਂ ਪਹਿਲੀ ਵਾਰੀ ਇਲੈਕਟ ਹੋਇਆ 1997 ਦੇ ਵਿੱਚ, ਤਾਂ ਉਦੋਂ ਪਹਿਲਾਂ ਕੰਪੇਨ ਕਰਦੇ ਸੀ ਜਾਂ ਪੋਲੀਟੀਕਲੀ ਇਲੈਕਸ਼ਨ ਦੇ ਰੌ ਦੇ ਵਿੱਚ ਦੀ ਲੰਘ ਰਹੇ ਸੀ, ਤਾਂ ਉਸ ਟਾਈਮ ਦੇ ਉੱਤੇ ਅਸੀਂ ਇੱਕ ਕਰੂਜ਼ ਦੇ ਉੱਤੇ ਗਏ ਤੇ ਉਸ ਕਰੂਜ਼ ਦੇ ਵਿੱਚ ਮੈਂ ਕਾਮਾਗਾਟਾ ਮਾਰੂ ਨੂੰ ਉਹ ਡੈਡੀਕੇਟ ਕੀਤਾ, ਕਿਉਂਕਿ ਸਟੈਨਲੀ ਪਾਰਕ 'ਚ ਗਏ ਸੀ। ਜਦੋਂ ਮੈਂ ਮੈਂਬਰ ਆਫ ਪਾਰਲੀਮੈਂਟ ਬਣਿਆ ਤਾਂ ਮੈਂ ਇਹ ਦੇਖਿਆ ਕਿ ਕਾਮਾਗਾਟਾ ਮਾਰੂ ਦੇ ਨਾਲ ਰੇਸਿਜ਼ਮ ਅਟੈਚਡ ਆ। ਉਸ ਤੋਂ ਪਹਿਲਾਂ ਹੈੱਡ ਟੈਕਸ ਲਾਏ ਗਏ, ਫਿਰ ਵੋਟਾਂ ਦੇ ਅਧਿਕਾਰ ਖੋਹੇ ਗਏ, ਵੋਟਾਂ ਦੇ ਅਧਿਕਾਰ ਦਿੱਤੇ ਗਏ, ਇਮੀਗ੍ਰੇਸ਼ਨ ਦੇ ਉੱਤੇ ਰਿਸਟ੍ਰਿਕਸ਼ਨਾਂ ਲੱਗੀਆਂ, ਫਿਰ ਫੈਮਿਲੀ ਰੀਯੂਨੀਅਨ ਖੋਲ੍ਹੀ ਗਈ। ਤੇ ਕਾਮਾਗਾਟਾ ਮਾਰੂ ਦੇ ਲਈ ਮੈਂ ਅਪੋਲੋਜੀ ਦੇ ਲਈ ਤਕਰੀਬਨ 9 ਵਾਰੀ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਡਿਮਾਂਡ ਕੀਤੀ ਹੈ, ਤੇ ਪਟੀਸ਼ਨਾਂ ਵੀ ਸਾਈਨ ਕਰਕੇ ਉੱਥੇ ਭੇਜੀਆਂ ਗਈਆਂ ਨੇ। ਜਦੋਂ ਮੈਂ ਪਹਿਲਾਂ 2 ਸਾਲ ਇਸ ਤੇ ਇਸ਼ੂ ਦੇ ਉੱਤੇ ਰੌਲਾ ਪਾਉਂਦਾ ਰਿਹਾ ਕਿ ਕਾਮਾਗਾਟਾ ਮਾਰੂ ਦੀ ਮਾਫੀ ਹੋਣੀ ਚਾਹੀਦੀ ਹੈ, ਬੜੀ ਰੈਜ਼ਿਸਟੈਂਸ ਆਈ ਸਾਡੀ ਪਾਰਟੀ 'ਚੋਂ ਵੀ ਤੇ ਗਵਰਨਮੈਂਟ ਵੱਲੋਂ ਵੀ, ਤੇ ਉਹਨਾਂ ਨੇ ਕਿਹਾ ਕਿ ਮਾਫੀ ਨਹੀਂ ਮੰਗਣੀ ਚਾਹੀਦੀ। ਤੇ ਮੈਂ ਪਰਸਿਸਟੈਂਟ ਸੀਗਾ। ਫਿਰ ਉਸ ਤੋਂ ਬਾਅਦ 2 ਸਾਲ ਬਾਅਦ ਗਦਰੀ ਬਾਬਿਆਂ ਦੇ ਮੇਲੇ ਦੇ ਉੱਤੇ, ਜੇ ਤੁਸੀਂ ਸੋਵਨੀਅਰ ਦੇਖਦੇ ਆ ਗਦਰੀ ਬਾਬਿਆਂ ਦੇ ਮੇਲੇ ਦੇ, ਤਾਂ 1996-97 ਦੇ ਵਿੱਚ ਕਾਮਾਗਾਟਾ ਮਾਰੂ ਦੀ ਗੱਲ ਨਹੀਂ ਹੁੰਦੀ। 98 ਤੋਂ ਬਾਅਦ ਫਿਰ ਉਹ ਸ਼ੁਰੂ ਹੁੰਦੀ ਹੈ 99 ਦੇ ਵਿੱਚ। ਤੇ ਜਦੋਂ ਇਹ ਮਾਫੀ ਬਾਰ-ਬਾਰ ਮੰਗਣ ਦੇ ਲਈ ਡਿਮਾਂਡ ਕੀਤੀ ਗਈ, ਫਿਰ ਇੱਥੋਂ ਬੜੀ ਭਾਰੀ ਮਾਤਰਾ ਦੇ ਵਿੱਚ ਗਦਰੀ ਬਾਬਿਆਂ ਦੇ ਮੇਲੇ ਤੇ ਪਟੀਸ਼ਨਾਂ ਸਾਈਨ ਕੀਤੀਆਂ ਗਈਆਂ। ਉਹ ਵੀ ਮੈਂ ਤੇ ਮੇਰੀ ਵਾਈਫ ਨੇ ਪਾਰਲੀਮੈਂਟ 'ਚ ਟੇਬਲ ਕੀਤੀਆਂ। ਤੇ ਉਸ ਤੋਂ ਬਾਅਦ 2006 ਦੇ ਵਿੱਚ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਨੇ ਪਹਿਲੀ ਵਾਰੀ ਮਾਫੀ ਮੰਗੀ, ਤੇ ਉਹਨਾਂ ਦੇ ਵਿੱਚ ਜਿਹੜੀ ਸਥਿਤੀ ਸੀ ਮਾਫੀ ਨਾ ਮੰਗਣ ਕਰਕੇ ਮੇਰੇ ਤੇ ਮਤਲਬ ਇੰਨਾ ਕੁ ਕਿੰਤੂ ਪਰੰਤੂ ਕਰਦੇ ਸੀ ਜਾਂ ਡਿਸਲਾਈਕ ਕਰਦੇ ਸੀ। ਤੇ ਮੈਨੂੰ ਬਾਅਦ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਟਰੂਡੋ ਨੇ ਵੀ ਮਾਫੀ ਮੰਗੀ ਆ, ਮੇਰਾ ਨਾਂ ਤੱਕ ਵੀ ਨਹੀਂ ਮੈਂਸ਼ਨ ਕੀਤਾ। ਮੈਂ ਇਹ ਨਹੀਂ ਕਹਿੰਦਾ ਕਿ ਮੇਰਾ ਨਾਂ ਮੈਂਸ਼ਨ ਹੋਣਾ ਚਾਹੀਦਾ ਸੀ, ਕਹਿਣ ਦਾ ਭਾਵ ਕਿ ਮੈਂ ਪਾਰਲੀਮੈਂਟ ਦੇ ਵਿੱਚ ਕਾਮਾਗਾਟਾ ਮਾਰੂ ਦੀ ਮਾਫੀ ਦੇ ਲਈ ਪਹਿਲੀ ਵਾਰੀ, ਦੂਜੀ ਵਾਰੀ, ਪਹਿਲੀ 9 ਵਾਰੀ ਡਿਮਾਂਡ ਕੀਤੀ ਹੈ। ਤੇ ਬਾਅਦ ਜਦੋਂ ਉਹਨਾਂ ਨੇ ਰੈਕੋਗਨਾਈਜ਼ ਕਰਕੇ ਕੁਝ ਐਮਪੀਆਂ ਦੇ ਨਾਂ ਲਏ ਨੇ, ਉਹਨਾਂ ਦੇ ਲਏ ਜਿਨ੍ਹਾਂ ਨੂੰ ਕਾਮਾਗਾਟਾ ਮਾਰੂ ਨਾਲ ਜਿਨ੍ਹਾਂ ਦਾ ਵਾਸਤਾ ਵੀ ਹੈ ਨਹੀਂ। ਸੋ ਇਸ ਚੀਜ਼ ਨੂੰ ਮੈਂ ਤਾਂ ਮੈਂਸ਼ਨ ਕਰਦਾ ਕਿ ਰੇਸਿਜ਼ਮ ਸਿਰਫ ਕਾਮਾਗਾਟਾ ਮਾਰੂ ਵੇਲੇ ਦੀ ਨਹੀਂ ਜਾਂ ਪੁਰਾਣੇ ਸਮੇਂ ਦੇ ਵਿੱਚ ਨਹੀਂ, ਅਜੋਕੇ ਸਮੇਂ ਦੇ ਵਿੱਚ ਵੀ ਚੱਲਦੀ ਰਹੀ ਹੈ, ਡਿਸਕ੍ਰਿਮੀਨੇਸ਼ਨ ਵੀ ਹੁੰਦੀ ਰਹੀ ਹੈ। ਸੋ 1906-07 ਦੇ ਵਿੱਚ ਮਾਫੀਆਂ ਮੰਗੀਆਂ ਗਈਆਂ ਤੇ ਫਿਰ ਕਾਮਾਗਾਟਾ ਮਾਰੂ ਦੀ ਸਟੈਂਪ ਵੀ ਰਿਲੀਜ਼ ਕੀਤੀ ਗਈ। ਸੋ ਇਹ ਚੀਜ਼ਾਂ ਇਸ ਕਰਕੇ ਇੰਪੋਰਟੈਂਟ ਨੇ ਕਿ ਸਾਨੂੰ ਜੇ ਰੇਸਿਜ਼ਮ ਤੇ ਡਿਸਕ੍ਰਿਮੀਨੇਸ਼ਨ ਨਾਲ ਫਾਈਟ ਕਰਦੇ ਆ ਤੇ ਵੋਟ ਦਾ ਅਧਿਕਾਰ ਮਿਲਿਆ ਤਾਂ ਆਪਾਂ ਅੱਜ ਉਹ ਗੱਲ ਇਸ ਕਰਕੇ ਕੀਤੀ ਹੈ। ਬਿਲਕੁਲ ਠੀਕ ਹੈ। ਤੁਸੀਂ ਕਾਮਾਗਾਟਾ ਮਾਰੂ ਦਾ ਜ਼ਿਕਰ ਕੀਤਾ, ਵੇਖੋ ਇੱਕ ਜਹਾਜ਼ ਆਇਆ ਸੀ, ਬਹੁਤ ਸਾਰੇ ਹੋਰ ਵੀ ਜਹਾਜ਼ ਸਨ ਜਿਨ੍ਹਾਂ ਦੇ ਵਿੱਚ ਲੋਕ ਉਸ ਵੇਲੇ ਚੜ੍ਹ ਕੇ ਆਉਂਦੇ ਸਨ। ਕੁਝ ਤਸਵੀਰਾਂ ਨੇ ਆਪਾਂ ਉਸ ਵੇਲੇ ਦੀਆਂ ਉਹ ਵੀ ਨਾਲ ਸਾਂਝੀਆਂ ਕਰਦੀਆਂ ਨੇ ਕਿ ਕਿਸ ਢੰਗ ਤਰੀਕੇ ਨਾਲ ਜਹਾਜ਼ ਭਰ ਕੇ ਇੱਥੇ ਆਉਂਦੇ ਸਨ, ਫਿਰ ਕਿਸ ਢੰਗ ਤਰੀਕੇ ਨਾਲ ਉਹਦੀਆਂ ਖਬਰਾਂ ਵੀ ਲੱਗਦੀਆਂ ਸਨ। ਸੋ ਇਹ ਕਿੰਨਾ ਕੁ ਵੇਲਿਆਂ ਦੀ ਗੱਲ ਹੋ ਸਕਦੀ ਹੈ ਰਾਜ ਸਾਹਿਬ? ਇਹ ਤਕਰੀਬਨ
20 25 18 ਉਸ ਸਮੇਂ ਤੋਂ ਜਦੋਂ ਇਮੀਗ੍ਰੇਸ਼ਨ ਵਧਣੀ ਸ਼ੁਰੂ ਹੋਈ ਹੈ ਤਾਂ ਫਿਰ ਸ਼ਿਪਾਂ ਦੇ ਵਿੱਚ ਉਸ ਟਾਈਮ ਤੇ ਲੋਕ ਆਉਂਦੇ ਸੀ ਤੇ ਆ ਕੇ ਮਿੱਲਾਂ ਦੇ ਵਿੱਚ ਕੰਮ ਕਰਦੇ ਸੀ, ਲੰਬਰ ਮਿੱਲਾਂ ਦੇ ਵਿੱਚ, ਕੁਝ ਮਾਈਨਿੰਗ ਕੰਪਨੀਆਂ ਦੇ ਵਿੱਚ ਕੰਮ ਕਰਦੇ ਸੀ। ਫਿਰ ਜਿਹੜਾ ਵੈਨਕੂਵਰ ਆਈਲੈਂਡ ਹੈ ਉੱਥੇ ਪਾਲਦੀ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਏ ਗਏ। ਉੱਥੇ ਮਾਇਓ ਬ੍ਰਦਰਜ਼ ਨੇ ਜਿਹੜੇ, ਉਹਨਾਂ ਦੇ ਮਾਇਓ ਸਿੰਘ ਉਹਨਾਂ ਦੀ 3 ਭਰਾ ਸੀਗੇ, ਉਹਨਾਂ ਦੀ ਆਪਣੀ ਉੱਥੇ ਮਿਲ ਸੀਗੀ। ਇਹ ਸਿੱਖ ਟੈਂਪਲ ਉਸ ਵੇਲੇ ਦਾ ਵੈਨਕੂਵਰ ਦਾ, ਹਾਂਜੀ ਵੈਨਕੂਵਰ ਦਾ ਸਿੱਖ ਆ ਜੋ 20ਵੀਂ ਸਦੀ ਦੇ ਸ਼ੁਰੂਆਤ ਦੀਆਂ ਗੱਲਾਂ ਨੇ। ਇਹ ਸਿੱਖ ਟੈਂਪਲ ਉਹ ਵੇਖੋ ਮਿਲ ਕ੍ਰੈਸਟ ਲਿਖਿਆ, ਇਹ ਮਿਲ ਕੰਢੇ ਦੇ ਉੱਤੇ ਜਦੋਂ ਗੁਰਦੁਆਰਾ ਸਾਹਿਬ ਬਣਦੇ ਸਨ ਇਹ ਦੱਸਿਆ ਜਾਂਦਾ ਕਿ ਉਹਨਾਂ ਵੇਲਿਆਂ ਦੀਆਂ ਇਹ ਤਸਵੀਰਾਂ, ਦਸਤਾਰਾਂ, ਇਹ ਸੂਟਡ ਬੂਟਡ ਸਿੰਘ ਉਦੋਂ ਦੇ ਸਾਰੇ ਜਿਹੜੇ ਆ ਵੇਖ ਕੇ ਬਹੁਤ ਵਧੀਆ ਲੱਗਦਾ, ਪਰ ਇਹਨਾਂ ਦੇ ਸਟਰਗਲ ਬਹੁਤ ਵੱਡੇ ਨੇ ਜੀ, ਬਹੁਤ ਵੱਡੇ ਸਟਰਗਲ ਨੇ। ਸੋ ਇਹ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਫੋਟੋਆਂ ਨੇ ਹਿਸਟੋਰੀਕਲ ਨੇ, ਹੈਰੀਟੇਜ ਨੇ। ਗੁਰਦੁਆਰਾ ਸਾਹਿਬ ਨੂੰ ਇੱਕ ਐਬਟਸਫੋਰਡ ਹੈਰੀਟੇਜ ਦਰਜਾ ਵੀ ਦਿੱਤਾ ਗਿਆ ਜੀ, ਬਿਲਕੁਲ। ਤੇ ਜਦੋਂ ਅਸੀਂ ਦੇਖਦੇ ਹਾਂ ਬਿਜ਼ਨਸ ਦੇ ਵਿੱਚ ਕੰਟਰੀਬਿਊਸ਼ਨਸ, ਹੁਣ ਮਿਲ ਚਲਾਈ ਜਾ ਰਹੀ ਸੀਗੀ, ਹਾਲਾਂਕਿ ਉਸ ਟਾਈਮ ਦੇ ਉੱਤੇ ਨਾ ਤਾਂ ਇਕਨੋਮਿਕਲੀ ਸਾਊਂਡ ਸੀਗੇ ਫਾਈਨੈਂਸ਼ੀਅਲੀ, ਤੇ ਨਾ ਹੀ ਇੱਥੇ ਇੰਨੀਆਂ ਸੁਵਿਧਾਵਾਂ ਸੀਗੀਆਂ ਕਿ ਆਪਣੇ ਲੋਕਾਂ ਨਾਲ ਬਿਜ਼ਨਸ ਕਰਨਾ ਸੌਖਾ ਹੁੰਦਾ ਹੋਣਾ। ਉਸ ਟਾਈਮ ਦੇ ਉੱਤੇ ਜਿਹੜੀ ਲੰਬਰ ਮਿੱਲਾਂ ਸੀਗੀਆਂ ਜਾਂ ਫਿਸ਼ਰੀਜ਼ ਦੇ ਵਿੱਚ ਸਿੱਖ ਇਨਵੋਲਵ ਸੀਗੇ, ਮੱਛੀਆਂ ਫੜਨ ਦੇ ਵਿੱਚ, ਤੇ ਜਾਂ ਫਿਰ ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ, ਇਹਦੇ ਵਿੱਚ ਦੇਖ ਲਓ ਕਿੰਨਾ ਕੈਪੀਟਲ ਵੱਡਾ ਇਹਦੇ ਵਿੱਚ, ਤੇ ਵੱਡੀਆਂ ਕੰਪਨੀਆਂ ਸੀਗੀਆਂ ਉਸ ਟਾਈਮ ਦੇ ਉੱਤੇ। ਤੇ ਇੱਥੇ ਤੱਕ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਨਵੇਂ ਆਏ ਇਮੀਗ੍ਰੈਂਟ ਨੂੰ ਜੌਬ ਦੀ ਲੋੜ ਸੀ ਤਾਂ ਉਹਨਾਂ ਨੂੰ ਮਾਇਓ ਲੰਬਰ ਕੰਪਨੀ ਦੇ ਵਿੱਚ ਜੌਬ ਦਿੱਤੀ ਜਾਂਦੀ ਸੀ। ਕੋਈ ਵੀ ਵਿਅਕਤੀ ਆ ਜਾਂਦਾ। ਇਹ ਮਾਇਓ ਲੰਬਰ, ਇਹ ਪਾਲਦੀ ਦੀ ਗੱਲ ਆ, ਪਾਲਦੀ ਜਿੱਥੇ ਅੱਜ ਵੀ ਅਸੀਂ ਕਈ ਜਾਣੇ ਜਦੋਂ ਵੈਨਕੂਵਰ ਆਈਲੈਂਡ ਜਾਂਦੇ ਆ, ਹਾਂਜੀ ਡੰਕਨ ਦੇ ਨੇੜੇ ਆ ਜਾਂਦਾ ਸੀ, ਕਈ ਵਾਰੀ ਵਿਕਟੋਰੀਆ ਤੋਂ ਹੋ ਕੇ ਜਾਂ ਫਿਰ ਨਨਾਈਮੋ ਤੋਂ ਹੋ ਕੇ ਆ ਜਾਂਦੇ, ਪਰ ਸਾਡਾ ਉੱਥੇ ਇਤਿਹਾਸ ਪਿੰਡ ਪਾਲਦੀ ਦੇ ਵਿੱਚ ਬਹੁਤ ਵੱਡਾ। ਜਦੋਂ ਵੀ ਕਿਤੇ ਵੈਨਕੂਵਰ ਆਈਲੈਂਡ ਜਾਓ ਤੇ ਜਿੱਥੇ ਅਸੀਂ ਉਹ ਮਾਇਓ ਲੰਬਰ ਮਿਲ ਦੇਖੀ ਆ, ਉੱਥੋਂ ਦੀ ਅੱਜ ਵੀ ਕੁਛ ਉੱਥੇ ਯਾਦਾਂ ਜਿਹੜੀਆਂ ਉੱਦਾਂ ਹੀ ਪਈਆਂ ਨੇ। ਮਾਇਓ ਹੁਣਾਂ ਦੀ, ਇਹਨਾਂ ਦੀ ਫੈਮਿਲੀ, ਪਰਿਵਾਰ ਦੇ ਕੁਛ ਜੀ ਉੱਥੇ ਨੇੜੇ ਤੇੜੇ ਰਹਿੰਦੇ। ਜਿਵੇਂ ਗੁਰਦੁਆਰਾ ਸਾਹਿਬ ਉਸ ਵੇਲੇ ਦਾ ਜਿਹੜਾ ਸੁਸ਼ੋਭਿਤ ਆ, ਉਹ ਅੱਜ ਵੀ ਉੱਥੇ ਜਾ ਕੇ ਸੰਗਤ ਵਿਸਾਖੀ ਵੇਲੇ ਇਕੱਠੇ ਹੁੰਦੀ ਆ, ਕਿਉਂਕਿ ਉਸ ਗੁਰਦੁਆਰਾ ਸਾਹਿਬ ਨੂੰ ਵੀ ਹੁਣ ਹੈਰੀਟੇਜ ਦਾ ਦਰਜਾ ਮਿਲ ਚੁੱਕਿਆ। ਉਹ ਵੀ ਜਿਹੜਾ 100 ਸਾਲ ਤੋਂ ਉੱਪਰ ਦਾ ਸਮਾਂ, ਮੇਰੇ ਖਿਆਲ ਉਹ ਵੀ 1918 ਦੇ ਵਿੱਚ ਸ਼ਾਇਦ ਤਕਰੀਬਨ 17-18 ਦੇ ਵਿੱਚ ਬਣਿਆ ਸੀ, ਡੇਟ ਉੱਥੇ ਲਿਖੀ ਵੀ ਹੋਈ ਆ। ਸੋ ਉੱਥੇ ਜਾ ਕੇ ਵੀ ਤੁਹਾਡੇ ਲੂਈ ਕੰਡੇ ਖੜੇ ਹੁੰਦੇ ਆ ਵੀ ਕਿਸ ਢੰਗ ਤਰੀਕੇ ਨਾਲ ਐਡਾ ਵੱਡਾ ਇੱਕ ਵਾਰੀ ਰਾਜ ਸਥਾਪਿਤ ਕਰ ਲਿਆ। ਵੀ ਜਿੱਥੇ ਇੰਡੀਆ ਦੇ ਪ੍ਰਾਈਮ ਮਿਨਿਸਟਰ 1948 ਚ ਜੇ ਕੈਨੇਡਾ ਆਏ ਤੇ ਜਿਹੜੇ ਨਵੇਂ ਬਣੇ 47 ਚ ਵੰਡ ਹੋਈ, 48 ਚ ਇੱਥੇ ਆਏ, ਦੇਖੋ ਜਵਾਹਰ ਲਾਲ ਨਹਿਰੂ, ਤੇ ਉਹ ਆ ਕੇ ਮਿਲਦੇ ਪਏ ਨੇ ਉੱਥੇ ਜਾ ਕੇ। ਉਸ ਸਿੱਖਾਂ ਦਾ, ਭਾਰਤੀਆਂ ਦਾ ਜੋ ਵੀ ਉਹਨਾਂ ਕੰਮਕਾਰ ਕੀਤਾ, ਆਪਣੇ ਸਕੂਲ ਬਣਾ ਲਏ, ਆਪਣੇ ਉੱਥੇ ਪੋਸਟ ਆਫਿਸ ਬਣਾ ਲਏ, ਆਪਣੀਆਂ ਹੀ ਪਲੇ ਗਰਾਊਂਡਸ, ਆਪਣਾ ਹੀ ਪਿੰਡ ਵਸਾ ਲਿਆ, ਸਕੂਲ, ਹਾਂਜੀ ਉਹ ਸਕੂਲ ਸਾਰਾ ਕੁਛ। ਇਹ ਸਾਰੀ ਮਿਲ ਤੋਂ ਸ਼ੁਰੂਆਤ ਹੋ ਕੇ ਜਦੋਂ ਬਹੁਤ ਥੋੜੇ ਸੋਰਸਿਸ ਸਨ ਤੇ ਕਿੱਡਾ ਵੱਡਾ ਕੰਮ ਕੀਤਾ। ਦੇਖੋ ਪਹਿਲਾਂ ਤਾਂ ਭਾਰਤੀਆਂ ਨੂੰ ਆਉਣਾ ਅਲਾਉਡ ਨਹੀਂ ਸੀ, ਫਿਰ ਉਹਨਾਂ ਦੇ ਰੁਕਾਵਟਾਂ ਕੀਤੀਆਂ ਗਈਆਂ ਕਿ ਨਾ ਆਉਣ। ਕੰਟੀਨਿਊਸ ਜਰਨੀ ਵਾਲਾ ਇਸ਼ੂ ਹੋਇਆ ਜਿਹਦੇ ਚ ਕਾਮਾਗਾਟਾ ਮਾਰੂ ਇਨਵੋਲਡ ਹੈ। ਤੇ ਫਿਰ ਉਸ ਤੋਂ ਬਾਅਦ 1958 ਦੇ ਵਿੱਚ ਫੈਮਿਲੀ ਰੀਯੂਨੀਅਨ ਅਲਾਉ ਕੀਤੀ ਗਈ। ਪਹਿਲਾਂ ਕਾਮਿਆਂ ਨੂੰ ਤਾਂ ਅਲਾਉਡ ਕੀਤਾ ਜਾਂਦਾ ਸੀ, ਉਹ ਆ ਕੇ ਕੰਮ ਕਰਦੇ ਸੀ, ਮਜ਼ਦੂਰੀ ਕਰਦੇ ਸੀ, ਰੇਲਵੇ ਬਣਾਉਂਦੇ ਸੀ ਜਾਂ ਲੰਬਰ ਮਿੱਲਾਂ 'ਚ ਕੰਮ ਕਰਦੇ ਸੀ। ਤੇ ਫਿਰ ਫੈਮਲੀਜ਼ ਨੂੰ, ਉਹਨਾਂ ਦੇ ਸਪਾਊਸਸ ਨੂੰ ਅਲਾਉਡ ਨਹੀਂ ਸੀ ਕੈਨੇਡਾ ਆਉਣਾ। ਓਕੇ। ਫਿਰ 1958 ਦੇ ਵਿੱਚ ਪਹਿਲੀ ਵਾਰੀ ਫੈਮਿਲੀ ਸਪਾਂਸਰਸ਼ਿਪ ਦੀ ਦਿੱਤੀ ਗਈ ਫੈਸਿਲਿਟੀ। 1962 ਦੇ ਵਿੱਚ ਜਿਹੜੀ ਇਹ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਕੈਨੇਡਾ ਦੇ ਇਮੀਗ੍ਰੇਸ਼ਨ ਐਕਟ ਦੇ ਵਿੱਚ ਸੀ, ਉਹ ਫਿਰ ਖਾਰਜ ਕੀਤੀ ਗਈ 1962 ਦੇ ਵਿੱਚ। ਦੇਖੋ ਕਿੰਨੀ ਸਮੇਂ ਤੋਂ ਬਾਅਦ 1962 ਦੇ ਵਿੱਚ। ਤੇ 1967 ਦੇ ਵਿੱਚ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਸਿਸਟਮ ਆ ਜਿਹੜਾ ਪੁਆਇੰਟ ਸਿਸਟਮ ਸ਼ੁਰੂ ਹੋਇਆ, ਤੇ ਫਿਰ ਮੈਰਿਟ ਬੇਸ ਤੇ ਜਾਂ ਪੁਆਇੰਟ ਬੇਸਿਸ ਤੇ ਲੋਕ ਕੈਨੇਡਾ ਆਉਣ ਲੱਗੇ। 1961 ਦੇ ਵਿੱਚ ਵਿਜ਼ੀਬਲ ਮਾਈਨੋਰਿਟੀਜ਼ ਕੈਨੇਡਾ 'ਚ ਸਿਰਫ 1% ਦੇ ਕਰੀਬ ਸੀ। ਹੁਣ ਇਸ ਵੇਲੇ 2031 ਦੇ ਵਿੱਚ ਜਾ ਕੇ 33% ਵਿਜ਼ੀਬਲ ਮਾਈਨੋਰਿਟੀਆਂ ਹੋਣੀਆਂ ਨੇ। ਅੱਜ ਪ੍ਰੋਗਰਾਮ ਲੰਬਾ ਕਰਨਾ ਪੈ ਰਿਹਾ, ਉਹਦੀ ਵਜ੍ਹਾ ਤਾਂ ਕਿਉਂਕਿ ਅੱਜ ਗੱਲ ਬਹੁਤ ਜ਼ਰੂਰੀ ਆ। ਗੱਲ ਜਿਹੜੀ ਸਾਡੇ ਸਾਰਿਆਂ ਵਾਸਤੇ ਜਾਣਨੀ ਜ਼ਰੂਰੀ ਆ ਕਿ ਬਈ ਸ਼ੁਰੂਆਤ ਕਿਹੜੇ ਵੇਲੇ ਹੋਈ ਸੀ। ਅਸੀਂ ਜਦੋਂ ਗੱਲ ਹੋਣ ਦੀ ਕਰਦੇ ਨਾ, ਬਾਰ-ਬਾਰ ਪਹਿਲੀਆਂ ਵੇਲਿਆਂ ਦੀ ਕਰਦੇ ਆ, ਪੁਰਾਣੇ ਬਾਬਿਆਂ ਦੀ, ਗਦਰੀ ਬਾਬਿਆਂ ਦੀ, ਕਾਮਾਗਾਟਾ ਮਾਰੂ ਦੀ, ਉਹਨਾਂ ਦੇ ਸੰਘਰਸ਼ ਦੀ, ਵੋਟ ਦਾ ਅਧਿਕਾਰ, ਔਰਤਾਂ ਨੂੰ ਅਧਿਕਾਰ, ਸ਼ੁਰੂਆਤੀ ਦੌਰ ਦੇ ਬਿਜ਼ਨਸ, ਪਹਿਲੇ ਪੋਲੀਟੀਸ਼ੀਅਨ, ਅੱਜ ਜਿਹੜੇ ਸਾਰੇ ਰਾਹ ਪੱਧਰੇ ਹੋਏ ਨੇ, ਉਹਨਾਂ ਵੇਲਿਆਂ ਦਾ ਥੋੜਾ ਜ਼ਿਕਰ ਕਰਦੇ ਪਏ ਆ। ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ ਪਹਿਲਾਂ ਕਿ ਸ਼ਿਪ ਦੇ ਉੱਤੇ ਜਿਹੜੇ ਗਰੇਵਾਲ ਸਾਹਿਬ ਲੋਕ ਪਹਿਲਾਂ ਕਿੱਦਾਂ ਆਉਂਦੇ ਸੀਗੇ। ਹਾਂਜੀ। ਉਹ ਜਦੋਂ ਕਾਮਾਗਾਟਾ ਮਾਰੂ ਵੀ ਇੱਕ ਸ਼ਿਪ ਦੇ ਤੌਰ ਦੇ ਉੱਤੇ ਆਉਂਦਾ ਸੀ, ਉਦੋਂ ਤੁਸੀਂ ਇਸ ਢੰਗ ਤਰੀਕੇ ਨਾਲ ਦੇਖੋ, ਇੱਕ ਆਪਣੇ ਕੋਲ ਉਸ ਵੇਲੇ ਦਾ ਜਿਹੜਾ ਦਸਤਾਵੇਜ਼ ਆ ਉਹਦੇ ਬਾਰੇ ਤੁਹਾਡੇ ਕੋਲ ਜਾਣਨਾ ਕਿ ਉਹ ਉਸ ਵੇਲੇ ਦਾ ਦਸਤਾਵੇਜ਼ ਕਿਹਨਾਂ ਨੇ ਜਾਰੀ ਕੀਤਾ ਸੀ, ਕਿਉਂ ਜਾਰੀ ਕੀਤਾ ਗਿਆ ਹੋਊਗਾ,
ਕਿਉਂਕਿ ਉਸ ਤੋਂ ਬਾਅਦ ਕਾਮਾਗਾਟਾ ਮਾਰੂ ਨਾਲ ਕਿੱਡਾ ਵੱਡਾ ਇਤਿਹਾਸ ਜੁੜਿਆ, ਉਹਦੀ ਗੱਲ ਕਿਤੇ ਨਾ ਕਿਤੇ ਜੁੜੀ। ਉਹ ਜਾਣਕਾਰੀ ਪਹਿਲਾਂ ਕਿੱਥੋਂ ਕਿਵੇਂ ਸਾਂਝੀ ਕੀਤੀ ਗਈ ਹੈ? ਟੈਲੀਗ੍ਰਾਫ ਕੀ ਦੱਸਦਾ ਜੀ? ਹਾਂਜੀ, ਇਹ ਕੈਨੇਡੀਅਨ ਪੈਸੀਫਿਕ ਰੇਲਵੇ ਕੰਪਨੀ ਦੀ ਟੈਲੀਗ੍ਰਾਫ ਹੈ, ਜਿਹੜੀ ਕਿ 22 ਮਈ 1914 ਨੂੰ ਭੇਜੀ ਗਈ। ਇਹਨਾਂ ਦੇ ਵਿੱਚ ਐਕਚੁਅਲੀ ਜਿਹੜੇ ਕਾਮਾਗਾਟਾ ਮਾਰੂ ਦੇ ਪੈਸੰਜਰ ਆਏ ਨੇ, ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਂਦੀ ਸੀ। ਵੈਸੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਪੁਰਾਣੇ 1914 ਦੇ ਸਪੀਚਾਂ ਦੇਖਦੇ ਆ ਤਾਂ ਮੈਂ ਉਹ ਸਪੀਚਾਂ ਸਾਰੀਆਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ। ਅੱਛਾ ਜੀ। ਤੇ ਉਹਨਾਂ ਦੇ ਵਿੱਚੋਂ ਜਦ ਤੁਸੀਂ ਪੜ੍ਹ ਕੇ ਦੇਖਦੇ ਆ ਤੁਹਾਨੂੰ ਪਤਾ ਲੱਗਦਾ ਕਿ ਰੇਸਿਜ਼ਮ ਕਿਸ ਤਰੀਕੇ ਨਾਲ ਬੋਲਦੀ ਹੈ। ਅੱਛਾ ਜੀ। ਹੁਣ ਇਹ ਵਿਅਕਤੀ ਨੇ ਜਿਹੜੇ ਇਹ ਉਸ ਤੋਂ ਬਾਅਦ ਕਾਫੀ ਦੇਰ ਬਾਅਦ ਕੈਨੇਡਾ ਜਦੋਂ ਆਉਣ ਲੱਗੇ ਨੇ, ਕਿਸੇ ਟ੍ਰੇਨਾਂ ਦੇ ਵਿੱਚ ਇੱਧਰ ਉੱਧਰ ਜਾਂਦੇ ਨੇ। ਇੱਥੇ ਗਰੇਵਾਲ ਸਾਹਿਬ ਕੈਨੇਡੀਅਨ ਜਿਹੜੀ ਪੈਸੀਫਿਕ ਰੇਲਵੇ ਕੰਪਨੀ ਵੱਲੋਂ ਟੈਲੀਗ੍ਰਾਫ ਸੀ ਤੇ ਲਿਖਿਆ ਪਿਆ ਵੀ 376 ਹਿੰਦੂਜ਼, ਜਿਨ੍ਹਾਂ ਦੇ ਵਿੱਚੋਂ 2 ਵੂਮਨ ਨੇ, ਉਹ ਅੱਜ ਅਰਾਈਵ ਕੀਤੇ ਗਏ ਨੇ। ਉਹ ਅੱਜ ਕਿੱਥੇ ਅਰਾਈਵ ਕੀਤੇ ਗਏ ਨੇ, ਉੱਥੋਂ ਦਾ ਉਹ ਲੋਕੇਸ਼ਨ ਦਿੱਤੀ ਗਈ ਆ। ਜੇ ਅਗਲੀ ਸਾਰੀ ਜਿਹੜੀ ਗੱਲਬਾਤ ਇਹਦੇ ਵਿੱਚ ਲਿਖ ਕੇ ਦੱਸਿਆ ਗਿਆ ਕਿ ਇਹ ਜਾਪਾਨ ਦਾ ਫਲਾਣੇ ਥਾਂ ਦਾ ਸ਼ਿਪ ਆ ਜਾਂ ਇੱਥੋਂ ਆਇਆ। ਉਹ ਇੱਥੋਂ ਫਿਰ ਇਨਫੋਰਮੇਸ਼ਨ ਵੇਖੋ ਗੱਲ ਤੁਰਦੀ ਆ, ਜਦੋਂ ਸਰਕਾਰੀ ਦਰਬਾਰੇ ਗੱਲ ਪਹੁੰਚਦੀ ਆ, ਫਿਰ ਜਿੱਥੋਂ ਵਿਰੋਧ ਹੁੰਦਾ ਲੋਕਾਂ ਵੱਲੋਂ, ਜਿੱਥੋਂ ਰੋਕਿਆ ਜਾਂਦਾ ਆ। ਇਹ ਕਿੱਦਾਂ ਉਦੋਂ ਕੜੀਆਂ ਸੀਗੀਆਂ ਜਿਹੜੀਆਂ ਇੱਕ ਤੋਂ ਨਾਲ ਦੂਸਰੀ, ਦੂਸਰੇ ਦੇ ਨਾਲ ਤੀਸਰੀ ਜੁੜਦੀ ਆ। ਇਹ ਫਿਰ ਆ ਕੇ ਬੱਸ ਸਟਾਪਾਂ ਦੇ ਉੱਤੇ ਉਸ ਵੇਲੇ ਖੜੇ। ਅੱਜ ਤੇ ਅਸੀਂ ਫਲਾਈਟ 'ਚ ਬੈਠਦੇ ਹਾਂ ਤੇ ਗਾਂਹ ਜਾਂਦੇ ਹਾਂ, ਹਾਂਜੀ, ਹਨਾ, ਸਿੰਪਲ ਆਪਣੀ ਫਲਾਈਟ ਬੈਠੀ ਦੀ ਤੇ ਕਿੰਨੇ ਸੌਖੇ ਅਧਿਕਾਰ ਹੋ ਗਏ ਨਾ, ਕੋਈ ਪੁੱਛ ਨਹੀਂ ਗਿੱਛ ਨਹੀਂ। ਉਦੋਂ ਮੇਰੇ ਖਿਆਲ ਇਹਨਾਂ ਨੂੰ ਸ਼ਿਪਾਂ ਦੇ ਵਿੱਚ ਟੈਲੀਗ੍ਰਾਮਾਂ ਭੇਜਣੀਆਂ ਪੈਂਦੀਆਂ ਸੀ। ਜਿਵੇਂ ਕਿਤੇ ਚੜਨ ਲੱਗਿਆ ਵੀ ਇੱਕ ਰੇਸਿਜ਼ਮ ਵੱਖਰਾ ਹੀ ਉਹਦਾ ਫੇਸ ਕਰਨਾ ਪੈਂਦਾ। ਹਾਂ, ਕਿਉਂਕਿ ਜਦੋਂ ਕਾਮਾਗਾਟਾ ਮਾਰੂ ਸ਼ਿਪ, ਇਹ ਜੈਪਨੀਜ਼ ਸ਼ਿਪ ਸੀਗਾ, ਉੱਥੋਂ ਪਹਿਲਾਂ ਭਾਰਤ ਤੋਂ ਲੋਕ ਗਏ ਹਾਂਗਕਾਂਗ ਵਗੈਰਾ, ਤੇ ਉੱਥੋਂ ਫਿਰ ਜਾਪਾਨ ਤੋਂ ਇਹ ਸ਼ਿਪ ਉਹਨਾਂ ਨੂੰ ਪਿਕ ਕਰਕੇ ਕਾਮਾਗਾਟਾ ਮਾਰੂ ਦਾ ਇੱਥੇ ਲੈ ਕੇ ਆਏ। ਬਾਬਾ ਗੁਰਦਿੱਤ ਸਿੰਘ ਉਹਨਾਂ ਨੇ ਆਰਗੇਨਾਈਜ਼ ਕੀਤਾ ਸੀ ਜਰਨੀ ਨੂੰ। ਉਹ ਵੀ ਇੱਕ ਬਿਜ਼ਨਸਮੈਨ ਸੀ ਵੈਸੇ। ਬਿਲਕੁਲ ਠੀਕ ਹੈ ਜੀ। ਸੋ ਅਸੀਂ ਜਦੋਂ ਸਾਰੇ ਕਈ ਕੰਮਾਂ ਕਾਰਾਂ ਦੀ ਗੱਲ ਕਰਦੇ ਨਾ, ਲੋਕ ਆ ਕੇ ਮਿਲਾਂ 'ਚ ਲੱਗ ਗਏ, ਫਾਰਮਾਂ 'ਚ ਕੰਮ ਕਰਨ ਲੱਗੇ। ਸ਼ੁਰੂਆਤੀ ਦੌਰ 'ਚ 2 ਕੰਮ ਸੀਗੇ ਪਹਿਲਾਂ, ਫਿਰ ਫਾਰਮਾਂ ਤੋਂ ਕੰਮ ਕਰਦੇ ਕਰਦੇ ਫਾਰਮਰਸ ਬਣ ਗਏ, ਲੈਂਡਲੋਰਡਸ ਬਣ ਗਏ, ਹੁਣ ਵੱਡੇ ਮਿਲਾਂ 'ਚ ਕੰਮ ਕਰਦੇ ਕਰਦੇ ਮਿਲਾਂ ਦੇ ਮਾਲਕ ਬਣ ਗਏ। ਇੱਦਾਂ ਹੀ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਆਰਮੀ ਦੇ ਵਿੱਚ ਵੀ ਇੱਥੇ ਆ ਕੇ ਕੈਨੇਡਾ ਵਾਲੇ ਪਾਸਿਓਂ ਜਿਹੜੇ ਆ ਉਹ ਵਰਲਡ ਵਾਰਾਂ ਦੇ ਵਿੱਚ ਲੜਦੇ ਰਹੇ, ਹੋਰ ਪਾਸੇ ਲੜਦੇ ਰਹੇ। ਇਹ ਤਸਵੀਰ ਕੀ ਦਰਸਾਉਂਦੀ ਹੈ? ਹਾਂ, ਇਹ ਤਸਵੀਰ ਦੱਸ ਰਹੀ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਭਾਰਤੀ ਲੋਕ ਨੇ ਦਸਤਾਰਾਂ ਸਹਿਤ, ਦਸਤਾਰਧਾਰੀ, ਉਹ 5 ਕਕਾਰੀ ਅੰਮ੍ਰਿਤਧਾਰੀ ਵੀ ਸੀ ਉਹਨਾਂ ਦੇ ਵਿੱਚੋਂ ਕਈ, ਉਹ ਆਰਮੀ ਦੇ ਵਿੱਚ ਕਿਸ ਤਰੀਕੇ ਨਾਲ ਉਹ ਸ਼ਾਮਲ ਹੋਏ। ਜਦੋਂ ਅਸੀਂ ਦੇਖਦੇ ਹਾਂ ਤਾਂ ਕੁਈਨ ਐਲਿਜ਼ਾਬੈਥ ਨੇ ਉਸ ਟਾਈਮ ਦੇ ਉੱਤੇ, ਤੇ ਜਾਂ ਕੁਈਨ ਵਿਕਟੋਰੀਆ ਨੇ, ਸੌਰੀ, ਉਹਨਾਂ ਨੇ ਸਾਰਿਆਂ ਤੋਂ ਵੱਧ ਜਿਹੜੇ ਮੈਡਲ ਦਿੱਤੇ ਨੇ ਤਾਂ ਉਹ ਸਿੱਖਾਂ ਦੇ ਹਿੱਸੇ ਆਏ ਨੇ, ਵਰਲਡ ਵਾਰ ਫਸਟ ਤੇ ਸੈਕੰਡ ਵਰਲਡ ਵਾਰ ਤੋਂ ਬਾਅਦ। ਸੋ ਇਹ ਉਸ ਟਾਈਮ ਤੇ ਜਦੋਂ ਵਰਲਡ ਵਾਰ ਖਤਮ ਹੋਈਆਂ ਨੇ ਤਾਂ ਫਿਰ ਕੁਝ ਵਿਅਕਤੀ ਭਾਰਤ ਨੂੰ ਜਾਣ ਦੀ ਬਜਾਏ ਕੈਨੇਡਾ ਆਏ ਨੇ। ਬਿਲਕੁਲ ਠੀਕ ਹੈ, ਉਸ ਟਾਈਮ ਤੇ ਆਉਣੇ ਸ਼ੁਰੂ ਹੋਏ ਜ਼ਿਆਦਾ। ਸੋ ਗਰੇਵਾਲ ਸਾਹਿਬ, ਅਸੀਂ ਅੱਜ ਕਿਉਂਕਿ ਵੋਟਾਂ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ ਕਿ ਵੋਟ ਪਾਉਣ ਦਾ ਅਧਿਕਾਰ ਬਿਲਕੁਲ ਕਿੱਦਾਂ ਸ਼ੁਰੂਆਤ ਹੋਈ, ਜਦੋਂ ਖਿਲਾਫ ਲਿਖਿਆ ਗਿਆ, ਕਿੱਦਾਂ ਸ਼ੁਰੂਆਤ ਹੋਈ, ਲੌਬੀ ਕੀਤੀ ਗਈ, ਕਿੱਦਾਂ ਸ਼ੁਰੂਆਤ ਹੋਈ, ਐਕਟ ਦੇ ਵਿੱਚ ਅਮੈਂਡਮੈਂਟਸ ਕੀਤੀਆਂ ਗਈਆਂ, ਗੁਰਦੁਆਰਿਆਂ 'ਚ ਲੋਕ ਇਕੱਠੇ ਹੋਣੇ ਸ਼ੁਰੂ ਹੋਏ, ਕੰਮਕਾਰ ਸਥਾਪਿਤ ਕੀਤੇ ਗਏ, ਪ੍ਰੈਸ਼ਰ ਬਣਿਆ ਸਾਰਾ, ਕਈ ਪਾਸਿਓਂ ਪ੍ਰੈਸ਼ਰ ਬਣਿਆ ਵੀ ਹੁਣ ਇਹਨਾਂ ਦੇ ਕੰਮ ਧੰਦੇ ਵੀ ਨੇ, ਹੁਣ ਇਹ ਥੋੜੇ ਜਿਹੇ ਪੋਲੀਟੀਕਲੀ ਤੌਰ ਤੇ ਵੀ ਸਟਰੋਂਗ ਹੋ ਰਹੇ ਨੇ ਕਮਿਊਨਿਟੀਜ਼। ਸੋ ਉਹ ਸਾਰੇ ਕੁਛ ਦਾ ਨਤੀਜਾ ਕੀ ਨਿਕਲਿਆ? ਇੱਕ ਤਸਵੀਰ ਸਾਂਝੀ ਕਰਦੀ ਆ ਜਿੱਥੇ ਜਿਹੜੇ ਨੇ ਇੱਕ ਸਿੱਖ ਨੌਜਵਾਨ ਉਸ ਵੇਲੇ ਦੇ ਉਹ ਵੋਟ ਪਾ ਰਹੇ ਨੇ। ਇਹ ਤਸਵੀਰ ਕੀ ਦਰਸਾਉਂਦੀ ਹੈ? ਇਹ 1947 ਦੀ ਪਿਕਚਰ ਹੈ, ਜਦੋਂ ਪਹਿਲੀ ਵੋਟ ਪਾਈ ਗਈ। ਮਹਿੰਦਰ ਸਿੰਘ, ਹਾਂਜੀ, ਸਰਦਾਰ ਮਹਿੰਦਰ ਸਿੰਘ ਬੇਦਲ ਜੀ, ਇਹਨਾਂ ਨੇ ਪਹਿਲੀ ਵੋਟ ਪਾਈ ਹੈ ਕੈਨੇਡੀਅਨ ਹਿਸਟਰੀ ਦੇ ਵਿੱਚ ਕਿਹਾ ਜਾਂਦਾ। ਤੇ ਵੈਸੇ ਜਦੋਂ ਵੋਟਾਂ ਦੀ ਗੱਲ ਕਰਦੇ ਆ ਤਾਂ ਇਹ ਮੈਂ ਇੱਥੇ ਮੈਂਸ਼ਨ ਕਰਦਾ ਕਿ ਇਹ ਪਹਿਲੇ ਹਾਈ ਕਮਿਸ਼ਨਰ ਨੇ, ਇਹ ਜਿਹੜੇ ਸਿੰਘ ਸਾਹਿਬ ਨੇ। ਹਾਂਜੀ, ਇਹਨਾਂ ਦਾ ਨਾਮ ਸੀ ਸਰਦਾਰ ਹਰਦਿੱਤ ਸਿੰਘ ਮਲਿਕ। ਅੱਛਾ ਜੀ। ਇਹ ਕਿਸ ਸਾਲ ਦੀ ਗੱਲ? ਇਹ 1948 ਦੀ ਗੱਲ ਹੈ। ਪਹਿਲੇ ਹਾਈ ਕਮਿਸ਼ਨਰ ਇੰਡੀਆ ਤੋਂ ਕੈਨੇਡਾ ਲਈ ਜਿਹੜੇ ਅਪਾਇੰਟ ਕੀਤੇ ਗਏ ਆਟਵਾ ਦੇ ਵਿੱਚ, ਉਹ ਸਨ ਹਰਦਿੱਤ ਸਿੰਘ, ਸਰਦਾਰ ਹਰਦਿੱਤ ਸਿੰਘ ਮਲਿਕ। ਅੱਛਾ ਜੀ। ਇਹ ਆਟਵਾ ਬੇਸਡ ਸੀਗੇ। ਓਕੇ। ਤੇ ਮੈਂ ਇੱਥੇ ਵੀ ਮੈਂਸ਼ਨ ਕਰਦਾ ਕਿ 1917 ਦੇ ਵਿੱਚ ਕੈਨੇਡਾ 'ਚ ਪਹਿਲੀ ਵਾਰੀ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ, ਤੇ BC ਚੌਥਾ ਪ੍ਰੋਵਿੰਸ ਸੀ ਜਿੱਥੇ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। 1986 ਦੇ ਵਿੱਚ ਪਹਿਲੀ ਵਾਰੀ MLA ਇਲੈਕਟ ਹੋਏ ਨੇ ਪੰਜਾਬੀ ਕਮਿਊਨਿਟੀ ਤੋਂ, ਮੋਸਹੋਤਾ। ਤੇ ਪਹਿਲੇ ਇੰਡੀਜੀਨਸ ਵੂਮਨ ਜਿਹੜੇ ਕੋਈ ਵੀ ਇਲੈਕਟ ਹੋਏ ਨੇ ਉਹ ਵੀ ਬੜਾ ਲੇਟ ਹੋਏ ਨੇ 1949 ਦੇ ਵਿੱਚ MLA ਦੇ ਤੌਰ ਤੇ। ਤੇ ਇਸ ਤੋਂ ਬਿਨਾਂ ਜੇ ਅਸੀਂ ਹੋਰ ਚੀਜ਼ਾਂ ਦੇਖਦੇ ਹਾਂ ਤਾਂ ਪੰਜਾਬੀ ਮਾਰਕੀਟ ਦੀ ਗੱਲਾਂ ਕਰੀਏ ਤਾਂ ਮੇਰੇ ਖਿਆਲ ਹੈ ਪੰਜਾਬੀ ਭਾਸ਼ਾ ਜਿਹੜੀ ਆ ਉਹ ਸਕੂਲਾਂ ਦੇ ਵਿੱਚ ਸ਼ੁਰੂ ਕੀਤੀ ਗਈ 1996 ਦੇ ਵਿੱਚ। ਅੱਛਾ ਜੀ। ਉਹਦੇ ਪਿੱਛੇ ਵੀ ਮੋਸਹੋਤਾ ਦਾ ਕਾਫੀ ਯੋਗਦਾਨ ਸੀ। ਹਾਂਜੀ। ਤੇ ਪੰਜਾਬੀ ਪਬਲਿਕ ਸਕੂਲਾਂ ਦੇ ਕਿਊਰੀਕਲਮ ਦੇ ਵਿੱਚ ਇੰਟਰੋਡਿਊਸ ਕੀਤੀ ਗਈ। ਫਿਰ ਤੇ ਉਸ ਤੋਂ ਬਾਅਦ ਤੇ ਗੱਲਾਂ ਜਿਹੜੀਆਂ ਹੋਰ ਲੈਵਲ ਤੇ ਚਲੀ ਗਈਆਂ। 1995 ਦੇ ਵਿੱਚ
ਮੇਨ ਸਟਰੀਟ ਮਾਰਕੀਟ ਹੈ ਜਿਹੜੀ, ਉੱਥੇ ਸਾਈਨ ਪਹਿਲੀ ਵਾਰੀ ਪੰਜਾਬੀ ਦਾ ਲੱਗਿਆ 1995। ਹਾਂਜੀ, ਤੇ 1983 ਦੇ ਵਿੱਚ ਐਕਚੁਅਲੀ ਜੇ ਪਿੱਛੇ ਜਾਈਏ ਤਾਂ ਇਹ ਲੱਗਾ ਜੀ ਸਾਈਨ ਮੇਨ ਸਟਰੀਟ ਦਾ ਸਾਈਨ, ਪੰਜਾਬੀ ਮਾਰਕੀਟ ਦਾ ਪੰਜਾਬੀ ਮਾਰਕੀਟ ਪੰਜਾਬੀ 'ਚ ਲਿਖਿਆ ਤੇ ਮੇਨ ਸਟਰੀਟ ਵੀ ਪੰਜਾਬੀ 'ਚ ਲਿਖਿਆ। ਬਿਲਕੁਲ ਠੀਕ ਹੈ ਜੀ। ਸੋ ਇਹਦੇ ਨਾਲ ਹੀ ਫਿਰ ਉਸ ਤੋਂ ਬਾਅਦ ਤੇ ਗੱਲਾਂ ਹੀ ਹੋਰ ਹੋ ਗਈਆਂ ਨਾ, ਪਰ ਜਦੋਂ ਸਾਰਾ ਪਿੱਛੇ ਨੂੰ ਝਾਤ ਮਾਰੀ ਦੀ ਏ ਤੇ ਹੁਣ ਗਾਂ ਫਿਰ ਸਰੀ ਦੇ ਨਗਰ ਕੀਰਤਨ ਦੀਆਂ ਤਸਵੀਰਾਂ, ਇਹ 1995 ਦੀ ਫੋਟੋ ਆ, ਜਦੋਂ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਨੇ ਪਹਿਲੀ ਵਾਰੀ ਰੈਕੋਗਨਾਈਜ਼ ਕੀਤਾ ਵਿਸਾਖੀ ਪਰੇਡ ਨੂੰ। ਉਹਨਾਂ ਨੇ ਇੱਕ ਬਰੋਸ਼ਰ ਪ੍ਰਿੰਟ ਕੀਤਾ ਆਪਣਾ, ਉਸ ਬਰੋਸ਼ਰ ਦੇ ਵਿੱਚ ਇਹ ਫੋਟੋ ਲੱਗੀ ਹੋਈ ਸੀ ਵਿਸਾਖੀ ਦੇ ਨਗਰ ਕੀਰਤਨ ਉਸ ਵੇਲੇ ਦੀ, ਜਿਹੜੀ ਇਹ ਸਰਕਾਰੀ ਦਸਤਾਵੇਜ਼ ਹੀ ਹੈ ਵੀ ਇੱਕ ਤਰੀਕੇ ਦਾ, ਜਿਹੜਾ ਉਸ ਵੇਲੇ ਰਿਕਾਰਡ ਕੀਤਾ ਗਿਆ। ਹਾਂਜੀ, ਵੈਨਕੂਵਰ ਦੇ ਨਗਰ ਕੀਰਤਨ ਦੀ। ਹਾਂਜੀ, ਤੇ ਵੈਸੇ ਜਦੋਂ ਸਕੂਲਾਂ ਦੀ ਗੱਲ ਕਰਦੇ ਆ ਤਾਂ 1983 ਦੇ ਵਿੱਚ ਦਸਮੇਸ਼ ਪੰਜਾਬੀ ਸਕੂਲ ਐਬਟਸਫੋਰਡ ਦੇ ਵਿੱਚ ਪਹਿਲੀ ਵਾਰੀ ਸ਼ੁਰੂ ਕੀਤਾ ਗਿਆ। ਅੱਛਾ ਜੀ। ਤੇ ਉਹਦੇ ਵਿੱਚ ਪਹਿਲੀ ਵਾਰੀ 142 ਸਟੂਡੈਂਟ ਰਜਿਸਟਰ ਹੋਏ। ਬਿਲਕੁਲ ਠੀਕ ਹੈ। ਤੇ ਉਸ ਤੋਂ ਬਾਅਦ ਹੁਣ ਪੰਜਾਬੀ ਜਿਹੜਾ ਸਕੂਲਾਂ ਦਾ ਕਿਉਰੀਕੁਲਮ ਵੀ ਬਣ ਚੁੱਕਿਆ ਤੇ ਪੰਜਾਬੀ ਸਕੂਲਾਂ ਦੀ ਕਾਫੀ ਗਿਣਤੀ ਵੀ ਹੈ। ਕਾਫੀ ਗਿਣਤੀ ਫਿਰ ਤੇ ਹੋਰ ਹੁਣ ਅਕੈਡਮੀਜ਼ ਆ ਗਈਆਂ, ਖਾਲਸਾ ਸਕੂਲਸ ਨੇ ਆਪਣਾ ਇੱਕ ਉਹ ਜਿਹੜਾ ਕਿਹੜਾ ਕਮਿਊਨਿਟੀ ਦੇ ਵਿੱਚ ਉਹ ਆਪਣਾ ਇੱਕ ਯੋਗਦਾਨ ਪਾਇਆ। ਮਤਲਬ ਹੁਣ ਤੇ ਪੰਜਾਬੀ ਅਸੀਂ ਸਿੱਖਣੀ, ਸਾਡੀ ਅਸੀਂ ਇੱਛਾ ਹੋਣੀ ਚਾਹੀਦੀ ਹੈ ਪੇਰੈਂਟਸ ਦੀ ਵੀ ਬੱਚਿਆਂ ਨੂੰ ਸਿਖਾਉਣਾ। ਤੁਹਾਨੂੰ ਦਿੱਕਤ ਬਾਲੀ ਨਹੀਂ ਆਉਂਦੀ ਉਸ ਢੰਗ ਤਰੀਕੇ ਦੇ ਵਿੱਚ, ਮਤਲਬ ਹੱਲ ਉਹਦੇ ਹੋਏ ਨੇ। ਸੋ ਇਹ ਕੁੱਲ ਮਿਲਾ ਕੇ ਗਰੇਵਾਲ ਸਾਹਿਬ ਬਹੁਤ ਲੰਬੀ ਜਰਨੀ ਸੀ, ਇਹਨੂੰ ਕਨਕਲੂਡ ਕਿੱਦਾਂ ਕਰਦੇ ਹੋ ਜੀ? ਕਿਉਂਕਿ ਸਦੀ ਨੂੰ ਅਸੀਂ ਇੱਕ ਘੰਟੇ ਦੇ ਜਾਂ ਅੱਧੇ ਘੰਟੇ ਦੇ ਪ੍ਰੋਗਰਾਮ 'ਚ ਨਹੀਂ ਦੱਸ ਸਕਦੇ। ਇਹ ਇੱਕ ਸਦੀ ਦਾ ਕੰਮ ਆ ਪੂਰਾ। 1900 ਦੀ ਸਟਾਰਟਿੰਗ ਵੇਲੇ ਅਸੀਂ 20ਵੀਂ ਸਦੀ ਦੀ ਸ਼ੁਰੂਆਤ ਤੋਂ ਅੱਜ 21ਵੀਂ ਸਦੀ ਦੀ ਜਿਹੜੀਆਂ ਸ਼ੁਰੂਆਤੀ ਪਹਿਲੇ 2 ਦਹਾਕਿਆਂ ਦੇ ਵਿੱਚ ਆ, ਤੇ ਇਹ ਕਿਵੇਂ ਕਨਕਲੂਡ ਕਰਦੇ ਹੋ? ਦੇਖੋ 1904-05 ਦੇ ਵਿੱਚ ਸਿਰਫ 45 ਸਾਊਥ ਏਸ਼ੀਅਨ ਕੈਨੇਡਾ 'ਚ ਸੀ। ਹੁਣ ਇਸ ਵੇਲੇ ਜਿਹੜੀ ਪੰਜਾਬੀ ਕਮਿਊਨਿਟੀ ਹੈ, ਇਹ ਕਿਸੇ ਵੀ ਐਥਨਿਕ ਕਮਿਊਨਿਟੀ ਨਾਲੋਂ, ਚਾਈਨੀਜ਼ ਨਾਲੋਂ ਸਪੈਸ਼ਲੀ ਜ਼ਿਆਦਾ 1.9 ਮਿਲੀਅਨ ਸਟੈਟਸ ਕੈਨੇਡਾ ਦੇ ਫਿਗਰਸ ਦੱਸਦੀਆਂ। ਵੈਸੇ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦੀ ਗਿਣਤੀ ਇਸ ਤੋਂ ਜ਼ਿਆਦਾ। ਤੇ ਉਸ ਤੋਂ ਬਾਅਦ ਪੰਜਾਬੀਆਂ ਨੇ ਇੱਥੇ ਆ ਕੇ ਚਾਹੇ ਵੋਟ ਦੇ ਹੱਕ ਦੇ ਲਈ ਸਟਰਗਲ ਕੀਤਾ, ਇਮੀਗ੍ਰੇਸ਼ਨ ਲਈ ਸਟਰਗਲ ਕੀਤਾ, ਉਸ ਤੋਂ ਬਾਅਦ ਫਿਰ ਕੰਟਰੀਬਿਊਟ ਕਿੰਨਾ ਕੀਤਾ। ਹੁਣ ਕੰਟਰੀਬਿਊਸ਼ਨ ਦੇ ਵਿੱਚ ਚਾਹੇ ਤੁਸੀਂ ਬਿਜ਼ਨਸ ਦੇ ਵਿੱਚ ਦੇਖੋ, ਵੱਡੇ ਵੱਡੇ ਬਿਜ਼ਨਸਮੈਨ, ਵੱਡੀਆਂ ਵੱਡੀਆਂ ਮਿੱਲਾਂ, ਉਹ ਪੰਜਾਬੀਆਂ ਦੇ ਨੇ। ਫਿਰ ਉਸ ਤੋਂ ਬਾਅਦ ਪ੍ਰੋਫੈਸ਼ਨਲਸ, ਡਾਕਟਰਸ, ਇੰਜੀਨੀਅਰਸ, IT ਵਰਕਰਸ, ਕਿਸੇ ਵੀ ਫੀਲਡ ਦੇ ਵਿੱਚ ਲਾਓ, ਕਿੰਨੇ ਪੰਜਾਬੀ ਨੇ। ਤੇ ਇਸ ਤੋਂ ਬਿਨਾਂ ਹੁਣ ਸਟੂਡੈਂਟ ਆਉਂਦੇ ਨੇ ਨਵੇਂ, ਤੇ ਉਹਨਾਂ ਨੂੰ ਵੀਜ਼ੇ ਮਿਲਦੇ ਨੇ, ਇੱਥੇ ਆ ਕੇ ਪੜ੍ਹਾਈ ਕਰਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਤੇ ਜੌਬਾਂ ਕਰਦੇ ਨੇ, ਫੈਮਲੀਜ਼ ਦੇ ਨਾਲ ਆਉਂਦੇ ਨੇ। ਈਵਨ ਸਟੂਡੈਂਟ ਕੋਈ ਵਰਕ ਪਰਮਿਟ ਲਈ ਆਉਂਦਾ ਤਾਂ ਉਹਨਾਂ ਸਪਾਊਸਸ ਨੂੰ ਵੀ ਵੀਜ਼ੇ ਮਿਲਦੇ ਨੇ। ਜੇ ਉਹ ਵਰਕ ਪਰਮਿਟ ਲੈਂਦੇ ਨੇ ਤਾਂ ਵਰਕ ਪਰਮਿਟ ਲਈ ਓਪਨ ਵਰਕ ਪਰਮਿਟ ਸਪਾਊਸ ਨੂੰ ਵੀ ਮਿਲਦਾ। ਪਰ ਇੱਕ ਸਮਾਂ ਸੀਗਾ ਕਿ ਨਾ ਤਾਂ ਫੈਮਲੀਜ਼ ਨੂੰ ਅਲਾਉਡ ਸੀ, ਨਾ ਸਪਾਊਸਸ ਨੂੰ ਅਲਾਉਡ ਸੀ, ਨਾ ਔਰਤਾਂ ਨੂੰ ਅਲਾਉਡ ਸੀ। ਤੇ ਇੰਨੀ ਸਟਰਗਲ ਤੋਂ ਬਾਅਦ, ਇੰਨਾ ਜੱਦੋ ਜਹਿਦ ਤੋਂ ਬਾਅਦ, ਹੁਣ ਜੇ ਅਸੀਂ ਵੋਟਾਂ ਦਾ ਹੱਕ ਸਹੀ ਨਹੀਂ ਇਸਤੇਮਾਲ ਕਰਦੇ ਤਾਂ ਸਮਥਿੰਗ ਇਜ਼ ਰੋਂਗ ਸਮਵੇਅਰ। ਬਿਲਕੁਲ ਠੀਕ ਹੈ ਜੀ। ਸੋ ਗਰੇਵਾਲ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਆ ਵੱਡਮੁੱਲੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ, ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ 'ਚ ਸਾਡੇ ਵੱਲੋਂ ਇੰਨਾ ਹੈ ਜੀ। ਉਮੀਦ ਆ ਕਿ ਤੁਹਾਨੂੰ ਇਹ ਸਾਰਾ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਊਗਾ। ਆਪਣੀਆਂ ਟਿੱਪਣੀਆਂ ਸੁਝਾਅ ਸਾਡੇ ਤੱਕ ਜਰੂਰ ਸਾਂਝੇ ਕਰਿਓ। ਮੈਨੂੰ ਜੋਗਰਾਜ ਸਿੰਘ ਕਾਲੋਂ ਤੇ ਨਾਲ ਗੁਰਮਤ ਗਰੇਵਾਲ ਹੋਣਾ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।